ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ। ਮੈਂ ਬੋਨੀ ਬਿੰਦਰਾ ਅੱਜ ਫਿਰ ਤੁਹਾਡੇ ਨਾਲ ਸ਼ਮੂਲੀਅਤ ਕਰ ਰਹੇ ਹਾਂ ਸ਼ਾਮ ਦੀਆਂ ਖਬਰਾਂ ਲੈ ਕੇ। ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਨੇ ਸਾਡੇ ਮੁੱਖ ਸੰਪਾਦਕ ਸਰਦਾਰ ਕੁਲਵੰਤ ਸਿੰਘ ਜੀ। ਕੁਲਵੰਤ ਜੀ, ਬਹੁਤ ਬਹੁਤ ਸਵਾਗਤ ਹੈ ਸ਼ੋਅ ਦੇ ਵਿੱਚ। ਬਹੁਤ ਧੰਨਵਾਦ ਬੋਨੀ। ਕੁਲਵੰਤ ਜੀ, ਜਿਹੜੀ ਖਬਰ ਦੀ ਆਪਾਂ ਅੱਜ ਪਹਿਲੀ ਚਰਚਾ ਤੋਂ ਸ਼ੁਰੂਆਤ ਕਰਨੀ ਆ ਉਹ ਹੈਗੀ ਹੈ ਕੋਟਕਪੁਰੇ ਦੀ। ਤੇ ਉੱਥੇ ਗੱਲ ਜੀ ਇੱਕ ਸਾਹਮਣੇ ਆਈ ਹੈ ਕਿ ਕੋਈ ਬੰਦਾ ਚੋਰੀ ਦੇ ਕੇਸ ਦੇ ਵਿੱਚ ਫੜਿਆ ਗਿਆ। ਉਸ ਤੋਂ ਬਾਅਦ ਉੱਥੇ ਖਬਰਾਂ ਲੱਗਦੀਆਂ ਨੇ ਕਿ ਕੋਈ ਐਮਐਲਏ ਆ ਗਿਆ ਉੱਥੋਂ ਜੇਤੂ ਪਾਰਟੀ ਦਾ, ਤੇ ਉਹਨਾਂ ਨੇ ਆ ਕੇ ਤੇ ਉਹ ਬੰਦੇ ਨੂੰ ਤਾਂ ਛਡਾਤਾ। ਤੇ ਜਿਹੜਾ ਪੁਲਿਸ ਵਾਲਾ ਸੀਗਾ ਉਹਦੇ ਉੱਤੇ ਵੀ ਕਹਿੰਦੇ ਕਾਫੀ ਅਤਿਆਚਾਰ ਵਗੈਰਾ ਹੋਇਆ। ਮੁੜ ਕੇ ਪੁਲਿਸ ਵਾਲੇ ਦੇ ਘਰ ਵਾਲੇ ਸੀਗੇ, ਉਹਨਾਂ ਨੇ ਅੱਗੋਂ ਫਿਰ ਅੱਗੋਂ ਲਿਖ ਕੇ ਦਿੱਤਾ ਕਿ ਭਾਈ ਸਾਡੇ ਮੁੰਡੇ ਦੀ ਜਾਨ ਨੂੰ ਖਤਰਾ ਹੈ। ਤੇ ਇਹਦੇ ਬਾਰੇ ਮਾੜਾ ਜਿਹਾ ਚਾਨਣਾ ਪਾਓ ਕਿ ਕੀ ਪੂਰਾ ਮਾਮਲਾ, ਤੇ ਦਰਸ਼ਕਾਂ ਨੂੰ ਦੱਸੋ। ਦੇਖੋ ਬੋਨੀ, ਇਹ ਮਾਮਲਾ ਜਿਵੇਂ ਤੁਸੀਂ ਦੱਸਿਆ ਹੈਗਾ ਵੀ ਕੋਟਕਪੂਰਾ ਫਰੀਦਕੋਟ ਡਿਸਟ੍ਰਿਕਟ ਦਾ ਮਾਮਲਾ ਹੈਗਾ। ਤੇ ਅੱਜ ਦੇ ਜਿਸ ਤਰ੍ਹਾਂ ਜੇਕਰ ਮੀਡੀਆ ਰਿਪੋਰਟਾਂ ਦੀ ਵੀ ਗੱਲ ਕਰੀਏ ਤੇ ਜੇਕਰ ਜੋ ਜਾਣਕਾਰੀਆਂ ਉੱਥੋਂ ਆ ਰਹੀਆਂ ਨੇ ਉਹਦੇ ਮੁਤਾਬਕ ਇੱਕ ਮੁਲਜ਼ਮ ਨੂੰ ਚੋਰੀ ਦੇ ਇਲਜ਼ਾਮ ਦੇ ਵਿੱਚ ਇੱਕ ਵਿਅਕਤੀ ਨੂੰ ਉਹਦੇ ਘਰੋਂ ਕੁਝ ਮੋਟਰਸਾਈਕਲ ਬਰਾਮਦ ਹੋਏ ਸੀ, ਜਿੱਦਾਂ ਦੀਆਂ ਮੇਰੇ ਕੋਲ ਰਿਪੋਰਟਾਂ ਪਈਆਂ ਨੇ। ਤੇ ਛੁਡਵਾਇਆ ਤਾਂ ਸਹੀ ਹੋ ਜਿਵੇਂ ਕਿ ਦੋਸ਼ ਲੱਗ ਰਹੇ ਨੇ, ਪਰ ਨਾਲ ਜਿਹੜੇ ਥਾਣੇਦਾਰ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ, ਯਾਨੀ ਉਹਨੂੰ ਹਿਰਾਸਤ ਲੈ ਕੇ ਥਾਣੇ 'ਚ ਪੁੱਛਗਿੱਛ ਕਿਸ ਲਈ ਲਿਆਂਦਾ ਸੀ, ਉਸ ਨੂੰ ਉਸੇ ਐਮਐਲਏ ਦੇ ਗਾਰਡ ਦੇ ਵਿੱਚ ਸ਼ਾਮਲ ਹੋਣ ਲਈ ਤਬਾਦਲਾ ਕਰਵਾਤਾ। ਉਹਦਾ ਇਨਵੈਸਟੀਗੇਟਿੰਗ ਆਫੀਸਰ ਜਿਹੜਾ ਉੱਥੇ ਦਾ ਥਾਣੇਦਾਰ ਸੀਗਾ ਉਹਨੂੰ ਕਹਿਤਾ ਜੀ ਵੀ ਤੁਸੀਂ ਉਹਦੀ ਗਾਰਡ ਦੇ ਵਿੱਚ ਲੱਗੋ, ਜਾ ਕੇ ਤਬਾਦਲਾ ਉੱਥੇ ਕਰਵਾ ਲਿਆ। ਹੁਣ ਉਹ ਜਿਹੜਾ ਥਾਣੇਦਾਰ ਸੀਗਾ ਉਹ ਥੋੜ੍ਹਾ ਜਿਹਾ ਈਨ ਵਾਲਾ ਸੀਗਾ। ਉਹਨੇ ਕਹਿਤਾ ਵੀ ਮੈਂ ਨਹੀਂ ਉੱਥੇ ਲੱਗਦਾ, ਵੀ ਮੈਂ ਉੱਥੇ ਲੱਗਣਾ ਨਹੀਂ ਹੈਗਾ। ਉਹਨੇ ਇਨਕਾਰ ਕਰਤਾ। ਤੇ ਉਹ ਜਿਵੇਂ ਕਿ ਰੂਲ ਕਹਿੰਦੇ ਨੇ ਵੀ ਜੇਕਰ ਉਹ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਵੇ ਕਿਸੇ ਵੀ ਮੁਲਾਜ਼ਮ ਵੱਲੋਂ, ਤਾਂ ਉਹ ਰੂਲਾਂ ਦੇ ਮੁਤਾਬਕ ਜਿੱਥੇ ਉਹਦੀ ਡਿਊਟੀ ਲਾਈ ਜਾਂਦੀ ਹੈ, ਜੇਕਰ ਉਹ ਨਹੀਂ ਪਹੁੰਚਦਾ ਤਾਂ ਉਹਨੂੰ ਗੈਰ ਹਾਜ਼ਰ ਕਰ ਦਿੱਤਾ ਜਾਂਦਾ। ਇਵੇਂ ਹੀ ਇਹਦੇ ਮਾਮਲੇ 'ਚ ਵੀ ਇਹੀ ਹੋਇਆ ਵੀ ਉਹਨੂੰ ਗੈਰ ਹਾਜ਼ਰ ਕਰ ਦਿੱਤਾ ਗਿਆ। ਹੁਣ ਉਹ ਉੱਥੇ ਪਹੁੰਚਣ ਤੋਂ ਇਨਕਾਰ ਕਰ ਰਿਹਾ ਡਿਊਟੀ ਦੇਣ ਤੋਂ, ਤੇ ਉਹਨੂੰ ਗੈਰ ਹਾਜ਼ਰ ਕਰ ਦਿੱਤਾ ਗਿਆ। ਨੌਕਰੀ ਦਾ ਸਵਾਲ ਹੈ, ਇਸ ਕਰਕੇ ਜਿਹੜਾ ਉਹਦਾ ਥਾਣੇਦਾਰ ਸੀਗਾ, ਥਾਣੇਦਾਰ ਦੇ ਪਿਤਾ ਨੇ ਸ਼ਿਕਾਇਤ ਕੀਤੀ ਐਸਐਸਪੀ ਨੂੰ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ, ਤੇ ਨਾਲ ਜਿਹੜੇ ਸਰਕਾਰ ਦੇ ਨੁਮਾਇੰਦਿਆਂ ਨੂੰ, ਕਿ ਇਹ ਉਹਨਾਂ ਦੇ ਪੁੱਤਰ ਦੀ ਜਾਨ ਦੀ ਜਿਹੜੇ ਖਤਰਾ ਹੈਗਾ, ਵੀ ਜੇਕਰ ਉਹਦੇ ਹਾਕਮ ਧਿਰ ਦੇ ਐਮਐਲਏ ਦੇ ਘਰ ਦੇ ਬਾਹਰ ਲੱਗਦਾ ਹੈਗਾ ਉਹ ਗਾਰਡ ਦੇ ਵਿੱਚ, ਤਾਂ ਉਹਨੂੰ ਖਤਰਾ ਹੈਗਾ ਤੇ ਇਹਦੀ ਜਿਹੜੀ ਆ ਰੱਖਿਆ ਕੀਤੀ ਜਾਵੇ। ਤੇ ਇਸ ਸੰਬੰਧ ਵਿੱਚ ਐਮਐਲਏ ਸਾਹਿਬ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਬਟ ਉਹਨਾਂ ਦੇ ਨਾਲ ਸੰਪਰਕ ਤਾਂ ਨਹੀਂ ਹੋ ਸਕਿਆ। ਲੇਕਿਨ ਇਹ ਮਾਮਲਾ ਬਹੁਤ ਗੰਭੀਰ ਹੈ। ਮਾਮਲਾ ਇਸ ਕਰਕੇ ਗੰਭੀਰ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਹੁਣ ਆਈ ਹੈ, ਪਹਿਲੀ ਵਾਰ ਪੰਜਾਬ ਦੇ ਵਿੱਚ ਆਈ ਹੈ। ਤੇ ਜਦੋਂ ਇਹ ਵਿਰੋਧੀ ਧਿਰ ਦੇ ਵਿੱਚ ਬੈਠੇ ਹੋਇਆ ਕਰਦੇ ਸੀ ਇਹ ਲੋਕ, ਤੇ ਉਦੋਂ ਇਹ ਦੋਵੇਂ ਹੁਣ ਤੱਕ ਦੀਆਂ ਹਾਕਮ ਪਾਰਟੀਆਂ ਜਿੰਨੀਆਂ ਵੀ ਰਹੀਆਂ ਨੇ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਰਿਹਾ, ਭਾਰਤੀ ਜਨਤਾ ਪਾਰਟੀ ਭਾਈਵਾਲੀ ਦੇ ਵਿੱਚ ਰਹੀ ਹੈ, ਬਹੁਜਨ ਸਮਾਜ ਪਾਰਟੀ ਭਾਈਵਾਲੀ ਦੇ ਵਿੱਚ ਰਹੀ ਹੈ, ਇਹਨਾਂ ਲੋਕਾਂ ਦੇ ਕਾਂਗਰਸ ਪਾਰਟੀ ਜਿਹੜੀ ਆ ਉਹ ਸੱਤਾ ਦੇ ਵਿੱਚ ਰਹੀ ਹੈ, ਇਹਨਾਂ ਲੋਕਾਂ ਦੇ ਉੱਤੇ ਇਹ ਦੋਸ਼ ਲੱਗਦੇ ਰਹਿੰਦੇ ਸੀਗੇ ਕਿ ਇਹਨਾਂ ਨੇ ਜੀ ਜਿਹੜਾ ਸਮਾਜ ਦੇ ਵਿੱਚ ਕ੍ਰਾਈਮ ਨੂੰ ਵਧਾਵਾ ਦਿੱਤਾ, ਜੁਰਮ ਨੂੰ ਵਧਾਵਾ ਦਿੱਤਾ, ਤੇ ਆਪਣਿਆਂ ਨੂੰ ਜਿਹੜੇ ਚਾਹੇ ਉਹ ਕਸੂਰਵਾਰ ਵੀ ਸੀਗੇ ਤਾਂ ਵੀ ਉਹਨਾਂ ਨੂੰ ਜਿਹੜਾ ਉੱਥੋਂ ਛੁਡਵਾ ਲਿਆ ਗਿਆ। ਤੇ ਛੁਡਵਾ ਲੈਂਦੇ ਸੀ, ਤੇ ਜਿਹੜੇ ਅਸਲ ਕਸੂਰਵਾਰ ਹੁੰਦੇ ਸੀਗੇ ਉਹਨਾਂ ਨੂੰ ਜਿਹੜਾ ਸੀਗਾ ਉਹ ਸਜ਼ਾਵਾਂ ਨਹੀਂ ਸੀ ਮਿਲਦੀਆਂ, ਬੇਕਸੂਰਿਆਂ ਨੂੰ ਸਜ਼ਾਵਾਂ ਮਿਲਦੀਆਂ ਸੀ। ਜਿਵੇਂ ਕਿ ਬਰਗਾੜੀ ਕੇਸ ਦੇ ਵਿੱਚ ਹੋਇਆ, ਉਹਨਾਂ ਦੇ ਜਿਹਨੇ ਬੰਦਿਆਂ ਨੇ ਬੇਦਬੀ ਕੀਤੀ ਸੀ ਉਹ ਤਾਂ ਫੜੇ ਨਹੀਂ ਗਏ, ਪਰ ਜਿਹੜੇ ਦੋ ਭਰਾ ਸੀਗੇ ਉਹਨਾਂ ਨੂੰ ਗੁਰਸਿੱਖ ਬੰਦਿਆਂ ਨੂੰ ਕੁੱਟ ਕੇ ਉਹਨਾਂ ਦਾ ਦੁੰਬਾ ਬਣਾ ਦਿੱਤਾ ਗਿਆ, ਤੇ ਉਹਦਾ ਅਜਿਹਾ ਹਲਾਲ ਕਰ ਦਿੱਤੇ ਗਏ ਕਿ ਉਹ ਬੰਦੇ ਜਿਹੜੇ ਸੀਗੇ ਉਹ ਅਪੰਗ ਹੋਣ ਤੱਕ ਚਲੇ ਗਏ ਸੀਗੇ। ਸੋ ਰੀੜ੍ਹ ਦੀ ਹੱਡੀ ਉਹਨਾਂ ਦੀ ਟੁੱਟ ਗਈ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਹਾਕਮ ਧਿਰ ਦੇ ਉੱਤੇ ਇਹ ਦੋਸ਼ ਲੱਗਦੇ ਸੀਗੇ, ਤੇ ਇਹ ਆਮ ਆਦਮੀ ਪਾਰਟੀ ਵਾਲੇ ਹੀ ਬਹੁਤ ਸਾਰੇ ਰੌਲਾ ਪਾਉਂਦੇ ਆਏ ਨੇ। ਇਸੇ ਕਰਕੇ ਜਿੰਨੇ ਵੀ ਪੰਜਾਬ ਦੇ ਲੋਕ ਸੀਗੇ ਉਹਨਾਂ ਨੇ ਇਹ ਵਿਸ਼ਵਾਸ ਕੀਤਾ ਕਿ ਹੁਣ ਤੱਕ ਜਿੰਨਾ ਵੀ ਪੰਜਾਬੀਆਂ ਨੂੰ ਲੁੱਟਿਆ ਕੁੱਟਿਆ, ਤੇ ਅੱਜ ਜੋ ਹਾਲਾਤ ਪੰਜਾਬੀਆਂ ਦੇ ਹੈ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਦੋਨਾਂ ਰਵਾਇਤੀ ਪਾਰਟੀਆਂ ਦੇ ਜਿਹੜੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀਆਂ ਦੇ ਇੱਕ ਕਸੂਰਵਾਰ ਨੇ, ਉਹਨਾਂ ਦੇ ਹਾਲਾਤ ਇਸੇ ਕਰਕੇ ਹੋਏ ਨੇ ਕਿ ਉਹ ਇਹ ਦੋ ਪਾਰਟੀਆਂ ਜ਼ਿੰਮੇਵਾਰ ਨੇ। ਤੇ ਇਸੇ ਕਰਕੇ ਮੌਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਸੀਗਾ ਕਿ ਤੁਸੀਂ ਆਓ ਤੇ ਤੁਸੀਂ ਆ ਕੇ ਕੁਝ ਸੁਧਾਰ ਕਰੋ। ਪਰ ਆਉਣ ਸਾਰ ਹਲੇ ਜੁਮਾ ਕੁਝ ਦਿਨ ਹੀ ਹੋਏ ਨੇ ਮੁੱਖ ਮੰਤਰੀ ਨੂੰ ਅਹੁਦੇ ਦੀ ਸਹੁੰ ਦਿੱਤਿਆਂ, ਚੰਗੀ ਤਰ੍ਹਾਂ ਹਲੇ ਸਰਕਾਰ ਦਾ ਗਠਨ ਵੀ ਨਹੀਂ ਹੋ ਪਾਇਆ, ਕਿਉਂਕਿ ਹਲੇ 10 ਮੰਤਰੀ ਬਣੇ ਨੇ ਤੇ ਇੱਕ ਮੁੱਖ ਮੰਤਰੀ ਬਣਿਆ, ਤੇ ਉਹਦੇ ਵਿੱਚੋਂ 7 ਮੰਤਰੀ ਹਲੇ ਵੀ ਬਣਨੇ ਬਾਕੀ ਨੇ। ਤੇ ਉਹਦੇ ਬਾਵਜੂਦ ਵੀ ਹਲੇ ਜੁਮਾ ਕੁਝ ਦਿਨ ਹੋਏ ਨੇ, ਪੂਰੀ ਤਰ੍ਹਾਂ ਸਰਕਾਰ ਦਾ ਗਠਨ ਵੀ ਨਹੀਂ ਹੋ ਪਾਇਆ। ਤੇ ਇਦਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਣੀਆਂ ਆਪਣੇ ਆਪ ਦੇ ਵਿੱਚ ਉਹਨਾਂ ਲੋਕਾਂ ਨੂੰ ਚਿੰਤਾ 'ਚ ਪਾ ਗਈਆਂ ਨੇ, ਜਿਹੜੇ ਲੋਕ ਬੜੀ ਆਸ ਲੈ ਕੇ ਇਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਵੀ ਸਾਡੀ ਸੂਬੇ ਦਾ ਕੁਝ ਸੁਧਾਰ ਹੋਏਗਾ, ਕਾਨੂੰਨ ਵਿਵਸਥਾ ਸੁਧਰੇਗੀ, ਆਰਥਿਕਤਾ ਸੁਧਰੇਗੀ, ਤਰੱਕੀ ਵੱਲ ਜਿਹੜਾ ਉਹ ਵਧੇਗਾ ਜਿਹੜਾ ਸਾਡਾ ਸੂਬਾ, ਤੇ ਇੱਥੋਂ ਜਿਹੜਾ ਉਹ ਜੋ ਜੁਰਮ ਦਾ ਰਾਜ ਜਾਂ ਜੋ ਨਕਾਰਾਤਮਕ ਊਰਜਾਵਾਂ ਪਹਿਲਾਂ ਇੱਥੇ ਰਹਿੰਦੀਆਂ ਰਹੀਆਂ ਨੇ ਉਹਨਾਂ ਤੋਂ ਸਾਨੂੰ ਛੁਟਕਾਰਾ ਮਿਲੇਗਾ। ਪਰ ਜੇਕਰ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਤੇ ਇਹਦੇ ਤੇ ਸੰਗਿਆਨ ਨਾ ਲਿਆ ਗਿਆ
ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਆ ਇਹ ਲੋਕਾਂ ਦਾ ਭਰੋਸਾ ਜਿਹੜੇ ਹੁਣ ਮਾਣ ਨਾਲ ਫੇਸਬੁੱਕ ਪੇਜਾਂ ਦੇ ਉੱਤੇ ਪੋਸਟਾਂ ਪਾ ਕੇ ਉਹਨਾਂ ਵਿਰੋਧੀਆਂ ਨੂੰ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਨਾਲ ਫੇਸਬੁੱਕ ਪੇਜ ਦੇ ਉੱਤੇ ਹੀ ਘਸੁੰਨਮੁਖੀ ਹੋ ਰਹੇ ਨੇ, ਉਹ ਲੋਕਾਂ ਦੇ ਹੌਸਲੇ ਵੀ ਟੁੱਟ ਜਾਣਗੇ ਤੇ ਜਲਦੀ ਹੀ ਜਿਹੜਾ ਹੈਗਾ ਉਹਨਾਂ ਦਾ ਲੋਕਾਂ ਦਾ ਮੂੰਹ ਭੰਗ ਇਹਨਾਂ ਤੋਂ ਹੋ ਜਾਣਾ। ਤੇ ਆਉਣ ਵਾਲੀਆਂ ਚੋਣਾਂ ਚਾਹੇ ਉਹ ਨਗਰ ਨਿਗਮ ਦੀਆਂ ਹੋਣ ਚਾਹੇ ਕਿਸੇ ਦੀ ਵੀ ਹੋਣ, ਉਹਦੇ ਵਿੱਚ ਲੋਕਾਂ ਦਾ ਗੁੱਸਾ ਜਿਹੜਾ ਭੜਕ ਕੇ ਸਾਹਮਣੇ ਆ ਸਕਦਾ। ਉਹ ਗੱਲ ਵੱਖਰੀ ਹੈ ਕਿ ਜਿਵੇਂ ਕਿ ਹਰ ਵਾਰ ਹੁੰਦਾ ਕਿ ਧੱਕੇਸ਼ਾਹੀ ਨਾਲ ਜੇਕਰ ਉਹ ਸੀਟਾਂ ਲੈ ਜਾਣ ਤੇ ਲੈ ਜਾਣ, ਪਰ ਲੋਕੀ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਦੇ ਬੜੇ ਖਿਲਾਫ ਹੋ ਜਾਣਗੇ। ਤਾਂ ਉਹ ਦੇਖਣਾ ਕਿ ਸੰਗਰੂਰ ਦੇ ਵਿੱਚ ਵੀ ਤਾਂ ਚੋਣਾਂ ਜਿਮਣੀ ਹੋਣੀਆਂ ਹੀ ਨੇ, ਉੱਥੇ ਐਮਪੀ ਦੀ ਚੋਣਾਂ ਹੋਣੀਆਂ। ਭਗਵੰਤ ਮਾਨ ਹੋਣੀ ਤਾਂ ਹੁਣ ਬਣ ਗਏ ਐਮਐਲਏ ਬਣਨ ਤੋਂ ਬਾਅਦ ਮੁੱਖ ਮੰਤਰੀ ਬਣ ਗਏ, ਤੇ ਉਸ ਤੋਂ ਬਾਅਦ ਉੱਥੇ ਚੋਣਾਂ ਹੋਣੀਆਂ। ਜੇ ਗੁੱਸਾ ਹੋਣਾ ਤੇ ਉੱਥੇ ਨਿਕਲ ਜਾਣਾ। ਇੱਥੇ ਗੱਲ ਇਹ ਵੀ ਮਾਈਟ ਇਸ ਰਾਈਟ ਵਾਲਾ ਕੰਮ ਹੋ ਜਾਣਾ, ਜਿਸ ਕੀ ਲਾਠੀ ਉਸ ਕੀ ਭੈਂਸ, ਕਿਉਂਕਿ ਜਿਵੇਂ ਹਰ ਵਾਰੀ ਹੁੰਦਾ ਸੱਤਾਧਾਰੀ ਧਿਰ ਦੇ ਜਿਹੜੇ ਐਮਐਲਏ ਹੁੰਦੇ ਨੇ ਉਹੀ ਉੱਥੇ ਜਿੱਤਦੇ ਹੁੰਦੇ ਨੇ। ਜਿਹੜੇ ਜਿਮਨੀ ਚੋਣਾਂ ਦੇ ਵਿੱਚ ਸੱਤਾਧਾਰੀ ਧਿਰ ਦੇ ਵਿੱਚ ਸਾਰਾ ਕੁਝ ਜੋ ਕੁਝ ਵੀ ਹੁੰਦਾ, ਜਿਹਦੀ ਸੱਤਾ ਹੁੰਦੀ ਆ ਉਹੀ ਉਹਦੇ ਹੀ ਐਮਐਲਏ ਤੇ ਉਹਦੇ ਹੀ ਐਮਸੀ ਜਿਹੜੇ ਜਿੱਤ ਕੇ ਸਾਹਮਣੇ ਆਉਂਦੇ ਨੇ, ਅਕਸਰ ਹੁੰਦਾ ਜੀ। ਇੱਥੇ ਇੱਕ ਗੱਲ ਇਹ ਦੱਸ ਦੇਣੀ ਵੀ ਬੜੀ ਇੰਪੋਰਟੈਂਟ ਹੋਏਗੀ ਕਿ ਫਰੀਦਕੋਟ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਬਣੇ ਆ, ਉਹਨੇ ਗੁਰਦਿੱਤ ਸਿੰਘ ਸੇਖੋਂ ਸਾਹਿਬ। ਹੁਣ ਸੇਖੋਂ ਸਾਹਿਬ ਦਾ ਨਾਂ ਤਾਂ ਇਹਦੇ 'ਚ ਸਿੱਧੇ ਤੌਰ ਤੇ ਨਹੀਂ ਆਇਆ, ਅਖਬਾਰਾਂ ਦੇ ਵਿੱਚ ਵੀ ਕਿਤੇ ਨਹੀਂ ਲਿਖਿਆ ਕਿ ਕਿਹੜੇ ਐਮਐਲਏ ਦੀ ਗੱਲ ਹੋ ਰਹੀ ਹੈ। ਪਰ ਇੱਥੇ ਦੱਸਣਾ ਇਹ ਇੰਪੋਰਟੈਂਟ ਹੈ ਕਿ ਜਿਹੜੇ ਗੁਰਦਿੱਤ ਸਿੰਘ ਸੇਖੋਂ ਹੋਣੀ ਨੇ, ਉਹ ਆਪ ਇੱਕ ਪੁਲਿਸ ਅਫਸਰ ਰਹੇ ਨੇ। ਉਹਨਾਂ ਦਾ ਸਾਰਾ ਪਰਿਵਾਰ ਯੂਐਸ ਤੇ ਯੂਕੇ ਦੇ ਵਿੱਚ ਸੈਟਲ ਹੈ। ਉਹ ਬਾਅਦ ਦੇ ਵਿੱਚ ਇੰਡੀਆ ਆ ਕੇ ਫਿਰ ਉਹ ਆਪਣੀ ਸੋਸ਼ਲ ਜਿਹੜਾ ਵਰਕਿੰਗ ਦੇ ਵਿੱਚ ਉਹਦੇ ਵਿੱਚ ਪੈ ਗਏ ਸੀ। ਪਿਛਲੀ ਵਾਰ ਹਾਰੇ ਸੀ, ਇਸ ਵਾਰ ਜਿੱਤ ਗਏ ਨੇ। ਤੇ ਉਹ ਪੁਲਿਸ ਵਾਲਾ ਜੇ ਪੁਲਿਸ ਆਫਿਸਰ ਹੈ ਤਾਂ ਉਹ ਆਪਣੇ ਨਾਲ ਦੇ ਅਧਿਕਾਰੀਆਂ ਦੀ ਗੱਲ ਤਾਂ ਕਰ ਹੀ ਸਕਦਾ, ਜੇ ਉਹ ਆਪ ਇਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਸੰਪਰਕ ਦੇ ਵਿੱਚ ਇਸ ਪੂਰੇ ਮਾਮਲੇ ਦੇ ਨਹੀਂ ਹੈਗੇ ਤਾਂ। ਨਾ ਬੁੰਨੀ, ਮੈਂ ਇੱਕ ਹੋਰ ਗੱਲ ਕਰਨਾ, ਚਾਹੇ ਗੁਰਦਿੱਤ ਸਿੰਘ ਸੇਖੋਂ ਇਸ ਮਾਮਲੇ ਦੇ ਵਿੱਚ ਉਲਝੇ ਹੋਏ ਨੇ ਤੇ ਚਾਹੇ ਨਹੀਂ ਨੇ, ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਇਹ ਗੱਲ ਹੋ ਰਹੀ ਹੈ ਤਾਂ ਉਹਨਾਂ ਨੂੰ ਤਾਂ ਖੁੱਲ੍ਹ ਕੇ ਸਾਹਮਣੇ ਆਉਣਾ ਹੀ ਚਾਹੀਦਾ। ਉਹਨਾਂ ਨੂੰ ਬੋਲਣਾ ਚਾਹੀਦਾ ਸੀ, ਚਾਹੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਚਾਹੇ ਨਹੀਂ ਲੱਗੇ, ਉਹਨਾਂ ਨੂੰ ਇਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਦੇਣੀ ਚਾਹੀਦੀ ਸੀ। ਸਰਕਾਰ ਦੇ ਨੁਮਾਇੰਦੇ ਨੇ ਉਸ ਏਰੀਆ ਦੇ ਵਿੱਚ, ਉਹਨਾਂ ਨੂੰ ਚਾਹੀਦਾ ਸੀ ਕਿ ਇਸ ਮਾਮਲੇ ਦੇ ਵਿੱਚ ਬੋਲਦੇ ਤੇ ਸਰਕਾਰ ਤੱਕ ਇਸ ਮਾਮਲੇ ਦੀ ਗੱਲ ਪਹੁੰਚਾਉਂਦੇ ਵੀ ਸਾਡੀ ਇਸ ਮਾਮਲੇ ਦੇ ਵਿੱਚ ਬਦਨਾਮੀ ਹੋ ਰਹੀ ਹੈ। ਤੇ ਜੇਕਰ ਉਹ ਇਸ ਮਾਮਲੇ 'ਚ ਉਲਝੇ ਹੋਏ ਨਹੀਂ ਹੈ ਤੇ ਜੇ ਉਹ ਉਲਝੇ ਹੋਏ ਨੇ ਤਾਂ ਫਿਰ ਤਾਂ ਕਹਿਣਾ ਹੀ ਕੀ ਹੈਗਾ, ਫਿਰ ਤਾਂ ਲੋਕਾਂ ਨੂੰ ਆਪਣੇ ਆਪ ਸਪਸ਼ਟ ਹੋ ਜਾਣਾ। ਤੇ ਇਹਦੇ ਲਈ ਫਿਰ ਸਰਕਾਰ ਨੂੰ ਮੁੱਖ ਮੰਤਰੀ ਲੈਵਲ ਦੇ ਉੱਤੇ ਇਹਦੇ ਉੱਤੇ ਫੈਸਲਾ ਲੈਣਾ ਪੈਣਾ। 72 ਐਮਐਲਏ ਥੋੜੇ, 92 ਐਮਐਲਏ ਥੋੜੇ ਨਹੀਂ ਹੁੰਦੇ, ਤੇ ਜੇਕਰ ਅਜਿਹਾ ਸਾਰੇ ਹੀ ਕਰਨ ਲੱਗ ਪਏ ਤੇ ਫਿਰ ਤਾਂ ਕੰਮ ਖਰਾਬ ਹੋ ਜਾਣਾ। ਇਹਦੇ ਤੇ ਵਾਸਤੇ ਤਾਂ ਝਟਕਾ ਮੁੱਖ ਮੰਤਰੀ ਸਾਹਿਬ ਨੂੰ ਵੀ ਦੇਣਾ ਪੈਣਾ ਜੇਕਰ ਕੋਈ ਅਜਿਹਾ ਕਰਦਾ ਹੈਗਾ ਤਾਂ ਜੀ। ਇਹਦੇ ਨਾਲ ਦੀ ਗੱਲ ਕਰ ਲਈਏ, ਫਰੀਦਕੋਟ ਤੋਂ ਹੀ ਐਮਐਲਏ ਨੇ ਇਹਨਾਂ ਦੇ ਕੁਲਤਾਰ ਸਿੰਘ ਸੰਧੂ ਆ, ਉੱਥੋਂ ਦੇ ਸਪੀਕਰ ਵੀ ਬਣੇ ਆ ਆਪਣੀ ਜਿਹੜੀ ਵਿਧਾਨ ਸਭਾ ਨੇ, ਜਿਹੜੇ ਭਤੀਜੇ ਹੈਗੇ ਨੇ ਉਹ ਜਲ ਸਿੰਘ ਦੇ ਭਤੀਜੇ ਨੇ। ਤੇ ਅੱਜ ਉਹਨਾਂ ਨੇ ਜਾ ਕੇ ਹਰਿਮੰਦਰ ਸਾਹਿਬ ਤੇ ਜਾ ਕੇ ਉੱਥੇ ਆਪਣਾ ਇੱਕ ਮਾਫੀਨਾਮਾ ਦਿੱਤਾ। ਉਹਨਾਂ ਨੇ ਮਾਫੀ ਮੰਗੀ ਹੈ, ਕਹਿੰਦੇ ਵੀ ਕਿਤੇ ਸਮਾਗਮ 'ਚ ਗਏ ਸੀ ਉਹ ਲੋਕਲ 'ਚ, ਤੇ ਉੱਥੇ ਪੁਜਾਰੀ ਨੇ ਫੜ ਕੇ ਉਹਨਾਂ ਦੇ ਕਿਸੇ ਗਊਸ਼ਾਲਾ 'ਚ ਗਏ ਸੀ ਤੇ ਪੂਜਾ ਹੋ ਰਹੀ ਸੀ, ਤੇ ਗਊ ਦੀ ਪੂੰਛ ਆ ਜਿਹੜੀ ਫੜ ਕੇ ਸਤਿਕਾਰ ਸਹਿਤ ਉਹਨਾਂ ਨੇ ਆਪਣੇ ਵੱਲੋਂ ਤੇ ਦਸਤਾਰ ਦੀ ਉਹਨਾਂ ਦੇ ਲਾਤੀ। ਸੋਸ਼ਲ ਮੀਡੀਆ ਤੇ ਇਸ ਚੀਜ਼ ਦਾ ਕਾਫੀ ਰੌਲਾ ਪਿਆ ਸੀਗਾ। ਤੇ ਉਸ ਤੋਂ ਬਾਅਦ ਉਹਨਾਂ ਨੇ ਇਦੋਂ ਪਹਿਲਾਂ ਕਿ ਇੱਕ ਪੋਲੀਟੀਕਲ ਇਸ ਚੀਜ਼ ਦੇ ਉੱਪਰ ਇੰਟਰਫੇਰੈਂਸ ਆਂਦੀ ਜਾਂ ਬਾਦਲ ਸਾਹਿਬ ਜਾਂ ਕੈਪਟਨ ਸਾਹਿਬ ਜਾਂ ਸਿੱਧੂ ਸਾਹਿਬ ਕੋਈ ਇਹੋ ਜਿਹੇ ਸਾਹਿਬ ਇਹਦੇ ਵਿੱਚ ਕੁੱਦਦੇ, ਉਦੋਂ ਪਹਿਲਾਂ ਹੀ ਉਹਨਾਂ ਨੇ ਜਾ ਕੇ ਆਪ ਹੀ ਮਾਫੀ ਮੰਗ ਲਈ। ਜ਼ਿਆਦਾ ਦੂਰ ਨਹੀਂ ਰਹਿੰਦੇ, ਇੱਕੋ ਸ਼ਹਿਰ ਦੇ ਵਿੱਚ ਰਹਿੰਦੇ ਨੇ। ਜੇ ਸੇਖੋਂ ਸਾਹਿਬ ਸਾਡੀ ਗੱਲ ਸੁਣ ਰਹੇ ਤਾਂ ਜ਼ਰੂਰ ਇਸ ਬਾਰੇ ਆਪਣੀ ਪ੍ਰਤੀਕਿਰਿਆ ਜੇ ਤੁਸੀਂ ਦਿਓ। ਤੇ ਆਪਾਂ ਐਸੇ ਵਿੱਚ ਤੁਸੀਂ ਗੱਲ ਕਰੀ ਸੀਗੀ ਬੜੀ ਇੰਪੋਰਟੈਂਟ ਕਿ ਪੋਲੀਟੀਕਲ ਵੈਂਡੇਟਾ ਜਿਹੜਾ ਪਹਿਲਾਂ ਚੱਲਦਾ ਰਿਹਾ ਕਿ ਆਪਣੇ ਬੰਦੇ ਸਾਡੇ ਬੰਦੇ ਠੀਕ ਨੇ ਜੀ, ਤੁਹਾਡੇ ਬੰਦੇ ਗਲਤ ਨੇ। ਤੇ ਇਸੇ ਮਾਮਲੇ ਦੇ ਵਿੱਚ ਅੱਜ ਇੱਕ ਰਿਪੋਰਟ ਆਈ ਹੈ ਜੀ ਬੜੀ ਖਾਸ। ਜਸਟਿਸ ਮਹਿਤਾਬ ਸਿੰਘ ਨੇ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਸੇਵਾ ਮੁਕਤ ਜੱਜ ਨੇ, ਤੇ ਇਹਨਾਂ ਨੇ ਰਿਪੋਰਟ ਦਿੱਤੀ ਹੈ ਕਿ ਬੀਜੇਪੀ ਅਕਾਲੀ ਦਲ ਦੀ ਜਿਹੜੀ ਸਰਕਾਰ ਰਹੀ ਹੈ ਪਿਛਲੇ 10 ਸਾਲ, ਕਾਂਗਰਸ ਸਰਕਾਰ ਤੋਂ ਪਹਿਲਾਂ ਦੀ ਜਿਹੜੀ ਟਰਮ ਉਹਨਾਂ ਦੀ ਰਹੀ ਆ, ਉਹਦੇ ਵਿੱਚ 437 ਜਿਹੜੇ ਬੇਗੁਨਾਹ ਬੰਦੇ ਨੇ ਉਹਨਾਂ ਉੱਤੇ ਇਹਨਾਂ ਨੇ ਪੋਲੀਟੀਕਲੀ ਮੋਟੀਵੇਟਡ ਪਰਚੇ ਕਰਵਾਏ ਨੇ। ਉਹਦੇ ਵਿੱਚੋਂ 420 ਪੇਜਾਂ ਦੀ ਇਹ ਰਿਪੋਰਟ ਹੈ ਤੇ 437 ਦੇ ਵਿੱਚੋਂ ਹੈਰਾਨੀ ਦੀ ਗੱਲ ਹੈ ਕਿ 360 ਪਰਚੇ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਨੋਡਲ ਆਫੀਸਰਸ ਦੀ ਜਿਹੜੀ ਸਿੱਧੀ ਇਨਵੋਲਵਮੈਂਟ ਹੈ ਤੇ ਉਹਨਾਂ ਨੇ ਆਪਣੇ ਐਂ ਕਰ ਲਓ ਵੀ ਹੱਥੀਂ ਕਰਵਾਏ ਨੇ। ਇਹ ਰਿਪੋਰਟ ਕਹਿੰਦੀ ਹੈ। ਇਹਨਾਂ ਨੇ ਇਹ ਰਿਪੋਰਟ ਜੀ ਅੱਜ ਜਿਹੜੀ ਫਾਈਨਲ ਹੈ ਇਹ ਥੋੜ੍ਹੇ ਕਰਕੇ ਦਿੰਦੇ ਰਹਿੰਦੇ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਆਏ ਸੀਗੇ ਉਦੋਂ ਇਹਨਾਂ ਨੇ ਇਹ ਜਾਂਚ ਕਮਿਸ਼ਨ ਹੈ ਜਿਹੜੀ ਬਿਠਾਈ ਸੀ ਕਿ ਜਿਹੜੇ ਪਰਚਿਆਂ ਦੀ ਇੱਕ ਸਰਕਾਰ ਆ ਜਿਹੜੀ ਕਹਿਣੀ ਸ਼ੁਰੂ ਕਰਤੀ ਸੀ ਅਕਾਲੀ ਦਲ ਹੋਣਾ ਦੀ, ਬੜੀ ਸੋਸ਼ਲ ਮੀਡੀਆ ਦੇ ਉੱਤੇ ਇਸ ਚੀਜ਼ ਦੀ ਨਿੰਦਾ ਹੋਈ ਸੀ। ਤੇ ਉਸ ਤੋਂ ਬਾਅਦ ਫਿਰ ਇਹ ਰਿਪੋਰਟ ਆਣੀ। ਇਸ ਤੋਂ ਬਾਅਦ ਹੁਣ ਅਗਲੀਆਂ ਹਜੇ ਚੋਣਾਂ ਵੀ ਹੋਣੀਆਂ, ਐਮਸੀ ਦੀਆਂ ਚੋਣਾਂ ਵੀ ਹੋਣੀਆਂ। ਇਹ ਕਿੰਨਾ ਕੁ ਢਾਲ ਆਉਂਦੀ ਹੈ ਜਿਹੜੀ ਅਕਾਲੀ ਦਲ ਨੂੰ ਹੁਣ ਆਉਣ ਵਾਲੇ ਜਿਹੜੇ ਉਹਨਾਂ ਦੇ ਸੁਪਨੇ ਨੇ, ਵੀਰ ਸੁਖਬੀਰ ਉਹਨਾਂ ਦੇ ਕਹਿੰਦੇ ਸੀ ਕਿ ਅਸੀਂ 25 ਸਾਲ ਰਾਜ ਕਰਨਾ, ਉਹਦੇ ਉੱਤੇ ਫਿਰ ਕਿੰਨਾ ਕੁ ਸੱਟ ਵੱਜਦੀ ਹੈ ਇਹ? ਦੇਖੋ ਬੋਨੀ, ਇਹ ਭਗਵੰਤ ਮਾਨ ਹੋਣਾ ਨੇ ਪਿੱਛੇ ਜੇ ਇੱਕ ਗੱਲ ਕਹੀ ਸੀਗੀ ਕਿ ਇਹ 1920 ਦੇ ਵਿੱਚ ਜਿਹੜੀ ਸੀ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਣੀ ਸੀ ਤੇ 2020 ਦੇ ਵਿੱਚ ਇਹ ਖਤਮ ਹੋ ਜਾਏਗੀ। ਤੇ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ
ਸੱਚ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਪਹਿਲਾਂ 2017 ਦੇ ਵਿੱਚ 15 MLA ਰਹਿ ਗਏ ਤੇ ਹੁਣ 15 ਤੋਂ 3 ਆ ਗਏ ਨੇ, ਤੇ 3 ਤੋਂ ਅੱਗੇ ਕਿਹੜੇ ਪਾਸੇ ਨੂੰ ਮੋੜ ਖਾਂਦੀ ਹੈ ਹਲੇ ਇਹ ਭਵਿੱਖ ਦੇ ਗਰਭ ਦੇ ਵਿੱਚ ਹੈ। ਪਰ ਜਿਸ ਤਰੀਕੇ ਦੀ ਨਾਲ ਇਹ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ, ਪਰ ਇਹ ਰਿਪੋਰਟਾਂ ਜਿਹੜੀਆਂ ਨੇ ਇਹ ਕੋਈ ਹੁਣ ਦੀਆਂ ਨਹੀਂ ਹੋ ਰਹੀਆਂ, ਇੱਕੋ ਦਮ ਨਹੀਂ ਸਾਹਮਣੇ ਆ ਗਈ ਸਾਰੀ ਚੀਜ਼। ਇਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਬਹੁਤ ਨੇੜੇ ਦੇ ਬੰਦੇ ਸੀਗੇ, ਜਸਟਿਸ ਮਹਿਤਾਬ ਸਿੰਘ ਗਿੱਲ ਉਹਨਾਂ ਦੇ ਕਾਫੀ ਸਾਂਝ ਰਹੀ ਹੈ ਇਹਨਾਂ ਦੀ, ਤੇ ਉਹਨਾਂ ਵੱਲੋਂ ਹੀ ਇਹਨਾਂ ਨੂੰ ਲਗਾਇਆ ਗਿਆ ਸੀਗਾ। ਆਪਣਾ ਹਾਈ ਕੋਰਟ ਦੇ ਰਿਟਾਇਰ ਜੱਜ ਨੇ ਇਹ, ਉਹਨਾਂ ਵੱਲੋਂ ਹੀ ਇਹਨਾਂ ਨੂੰ ਲਗਾਇਆ ਗਿਆ ਸੀ ਵੀ ਇਹਦੀ ਜਾਂਚ ਕੀਤੀ ਹੈ। ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਇਹਨਾਂ ਨੂੰ ਨਾਮ ਦਿੱਤਾ ਗਿਆ ਸੀਗਾ। ਇਹ ਮਤਲਬ ਇਹਨਾਂ ਨੂੰ ਲਗਾਇਆ ਗਿਆ ਸੀ, ਤੇ ਉਦੋਂ ਥੋੜ੍ਹੀ ਕਰਕੇ ਰਿਪੋਰਟ ਪੇਸ਼ ਕਰਦੇ ਰਹੇ ਸੀਗੇ। ਬਹੁਤ ਸਾਰੇ ਲੋਕਾਂ ਨੂੰ ਜਿਹੜੇ ਪਰਚੇ ਜਿਨ੍ਹਾਂ ਦੇ ਕੀਤੇ ਗਏ ਸੀ ਉਹਨਾਂ ਦੇ ਪਰਚੇ ਕੈਂਸਲ ਵੀ ਕੀਤੇ ਗਏ ਸੀਗੇ। ਬਹੁਤ ਸਾਰੇ ਲੋਕਾਂ ਦੇ ਉੱਤੇ ਕਾਰਵਾਈਆਂ ਵੀ ਹੋਈਆਂ ਨੇ ਇਸ ਮਸਲੇ ਨੂੰ ਲੈ ਕੇ। ਤੇ ਇਹੋ ਜਿਹੀਆਂ ਕਾਰਵਾਈਆਂ ਕਰਨ ਦੇ ਜਦੋਂ ਇਹ ਗੱਲ ਹੁੰਦੀ ਸੀਗੀ ਵੀ ਜਦੋਂ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਨੇ, ਪੋਲੀਟੀਕਲ ਬੈਂਡੇਟਾ ਯਾਨੀ ਕਿ ਜਿਹੜੀ ਸਿਆਸੀ ਕਿੜ ਜਿਹੜੀ ਆ ਉਹ ਕੱਢਣ ਦੇ ਜਦੋਂ ਦੋਸ਼ ਲੱਗਦੇ ਹੁੰਦੇ ਸੀਗੇ, ਤਾਂ ਅਜਿਹੇ ਮਾਮਲੇ ਦੇ ਕਰਕੇ ਹੀ ਜਿਹੜੀਆਂ ਸਰਕਾਰਾਂ ਦੀ ਜਿਹੜੀ ਆ ਉਹ ਸਿਆਸੀ ਜਿਹੜੇ ਦਲ ਨੇ ਉਹਨਾਂ ਦੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਸੀਗੀਆਂ। ਤੇ ਇਹ ਕਿਉਂਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਸੀ ਤਾਂ ਦੂਜਿਆਂ ਦੇ ਉੱਤੇ ਪਰਚੇ ਹੁੰਦੇ ਸੀ, ਤੇ ਦੂਜਿਆਂ ਦੀ ਸਰਕਾਰ ਹੁੰਦੀ ਤਾਂ ਤੀਜੇ ਪਰਚੇ ਹੁੰਦੇ ਸੀ, ਪਰ ਕਿਤੇ ਵੀ ਅਜਿਹਾ ਨਹੀਂ ਹੁੰਦਾ ਸੀ। ਥੋੜ੍ਹੇ ਜਿਹੇ ਇੱਕ ਦੋ ਸਮਿਆਂ ਦੇ ਵਿੱਚ ਇਹ ਆਇਆ ਸੀਗਾ ਕਿ 2002 ਦੇ ਵਿੱਚ ਬਾਦਲਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪਰਚਾ ਦਰਜ ਕਰਕੇ ਉਹਨਾਂ ਨੂੰ ਅੰਦਰ ਕੀਤਾ ਸੀਗਾ। ਤੇ ਉਸ ਤੋਂ ਬਾਅਦ ਫਿਰ 2007 ਦੇ ਵਿੱਚ ਜਦੋਂ ਬਾਦਲਾਂ ਦੀ ਸਰਕਾਰ ਆਈ ਤਾਂ ਫਿਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਉਲਝਾ ਲਿਆ ਸੀਗਾ ਸਿਟੀ ਸੈਂਟਰ ਦੇ ਮਾਮਲੇ ਦੇ ਵਿੱਚ, ਤੇ ਕੁਝ ਮਾਮਲਿਆਂ 'ਚ ਹੋਰ ਉਲਝੇ ਸੀ। ਤੇ ਇਹ ਪੋਲੀਟੀਕਲ ਵੈਂਡੇਟਾ ਜਿਹੜਾ ਸੀਗਾ ਉਹ ਚੱਲਿਆ ਸੀਗਾ। ਬਿਲਕੁਲ ਉਹਨਾਂ ਦੇ ਕਾਫੀ ਉਲਝਾਇਆ ਗਿਆ ਸੀਗਾ ਉਹਨਾਂ ਨੂੰ। ਤੇ ਉਹ ਕੁੱਲ ਮਿਲਾ ਕੇ ਜਦੋਂ ਇਹ ਸਾਰਾ ਚੱਲਦਾ ਰਿਹਾ ਤੇ ਫਿਰ ਵਿੱਚ ਜੇ ਜਾ ਕੇ ਇਹ ਸਾਰਾ ਸਿਸਟਮ ਜਿਹੜਾ ਉਹ ਖਤਮ ਹੋ ਗਿਆ ਸੀਗਾ, ਕਿਉਂਕਿ ਨਾਲੇ ਤਾਂ ਬਾਦਲਾਂ ਦੇ ਉੱਤੇ ਜੋ ਮਾਮਲਾ ਸੀਗਾ ਉਹ ਵੀ ਖਤਮ ਹੋ ਗਿਆ ਸੀ, ਤੇ ਉਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮਾਮਲਾ ਸੀਗਾ ਉਹ ਵੀ ਖਤਮ ਹੋ ਗਿਆ ਸੀਗਾ। ਪਰ ਹੇਠਲਿਆਂ ਦੇ ਉੱਤੇ ਜਿਹੜੇ ਪਰਚੇ ਸੀਗੇ ਉਹ ਉਸੇ ਤਰ੍ਹਾਂ ਦਰਜ ਹੁੰਦੇ ਰਹੇ, ਇੱਕ ਦੂਜੇ ਦੇ ਉੱਤੇ ਜਿਹੜੇ ਪਰਚੇ ਹੁੰਦੇ ਰਹੇ। ਇਹੀ ਕਾਰਨ ਸੀਗਾ ਕਿ ਲੋਕੀ ਜਿਹੜੇ ਸੀ ਅੱਕੇ ਹੋਏ ਸੀ ਸਾਰੇ ਸਿਸਟਮ ਤੋਂ, ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀਗਾ ਵੀ ਤੁਸੀਂ ਆਓ ਤੇ ਤੁਸੀਂ ਇਹ ਸਾਰੇ ਸਿਸਟਮ ਦਾ ਸੁਧਾਰ ਕਰੋ। ਤੇ ਹੁਣ ਇਹ ਇੱਕੋ ਦਮ ਨਹੀਂ ਨਿਕਲ ਕੇ ਸਾਹਮਣੇ ਇਹ ਚੀਜ਼ਾਂ ਆਈਆਂ, ਇੰਨਾ ਕੁਝ ਹੋਇਆ। ਹੇਠਲੇ ਲੈਵਲ ਦੇ ਉੱਤੇ ਲੋਕੀ ਮਾਰ ਖੱਪ ਜਾਂਦੇ ਨੇ, ਲੜ ਕੇ ਆਪਣੇ 'ਚ ਦੁਸ਼ਮਣੀਆਂ ਪਾ ਲੈਂਦੇ ਨੇ, ਜਿਹੜੀਆਂ ਉਹਨਾਂ ਦੀ ਭਾਈਚਾਰਕ ਸਾਂਝਾਂ ਖਤਮ ਹੋ ਜਾਂਦੀਆਂ ਨੇ, ਆਪਸ ਦੇ ਵਿੱਚ ਲੜ ਕੇ ਜਿਹੜੀ ਉਹ ਸਮਾਜ ਦੇ ਵਿੱਚ ਜੁਰਮ ਨੂੰ ਵਧਾਵਾ ਦਿੰਦੇ ਨੇ, ਕੋਰਟਾਂ ਦੇ ਕੰਮ ਵੱਧ ਜਾਂਦੇ ਹੈਗੇ ਨੇ, ਪਰਿਵਾਰ ਜਿਹੜੇ ਨੇ ਉਹ ਟੁੱਟ ਜਾਂਦੇ ਹੈਗੇ ਨੇ। ਪਰ ਫਾਇਦਾ ਜਿਹੜਾ ਹੁੰਦਾ ਉਹ ਸਿਰਫ ਤੇ ਸਿਰਫ ਸਿਆਸੀ ਲੋਕਾਂ ਨੂੰ ਹੁੰਦਾ। ਉਹ ਆਉਂਦੇ ਨੇ ਤਾਂ ਉਹਨਾਂ ਦੇ ਪਰਚੇ ਕੈਂਸਲ ਹੋ ਜਾਂਦੇ, ਉਹ ਆਉਂਦੇ ਨੇ ਤਾਂ ਉਹਨਾਂ ਦੇ ਪਰਚੇ ਕੈਂਸਲ ਹੋ ਜਾਂਦੇ ਨੇ, ਪਰ ਜਿਨ੍ਹਾਂ ਘਰਾਂ ਦੇ ਜੀ ਚਲੇ ਜਾਂਦੇ ਨੇ ਉਹ ਕਦੇ ਵਾਪਸ ਮੁੜ ਕੇ ਨਹੀਂ ਆਉਂਦੇ। ਸੋ ਲੋੜ ਹੈ ਆਪਾਂ ਨੂੰ ਜਾਗਰੂਕ ਹੋਣ ਦੀ, ਕਿ ਅਸੀਂ ਜਾਗਰੂਕ ਹੋਵਾਂਗੇ ਤਾਂ ਹੀ ਸਾਨੂੰ ਇਹ ਸਮਝ ਆਏਗੀ ਕਿ ਹਾਂ ਇਹ ਸਾਰਾ ਕੁਝ ਫਾਇਦਾ, ਸਾਰਾ ਜਿਹੜਾ ਕੁਰਸੀ ਦਾ ਫਾਇਦਾ ਲੈਣ ਲਈ ਸਭ ਕੁਝ ਕੀਤਾ ਗਿਆ ਰਿਹਾ, ਔਰ ਇਹਦੇ ਪਿੱਛੇ ਕੋਈ ਕਾਰਨ ਨਹੀਂ ਰਹੇਗਾ। ਪਰ ਇੱਥੇ ਜੇ ਆਪਾਂ ਗੱਲ ਕਰ ਲਈ ਆਮ ਬੰਦੇ ਦੀ, ਤਾਂ ਹੁਣ ਬਾਦਲ ਸਾਹਿਬ ਆਪ ਹੁਣ ਕਿਸੇ ਨਾਲ ਤਾਂ ਲੜਦੇ ਨਹੀਂ ਫਿਰਦੇ, ਜਾ ਕੇ ਮਜੀਠੀਆ ਸਾਹਿਬ ਦੀ ਵੀ ਕਿਸੇ ਨਾਲ ਘੱਟੋ ਵੱਧ ਦੀ ਤੂੰ ਮੈਂ ਹੁੰਦੀ ਹੈ। ਉਹ ਵਿਧਾਨ ਸਭਾ 'ਚ ਉਹ ਉਹਨਾਂ ਨੇ ਰੱਖਿਆ ਹੋਇਆ ਸੀ ਮਾਮਲਾ। ਖੈਰ ਹੁਣ ਤਾਂ ਸਿੱਧੂ ਸਾਹਿਬ ਤੇ ਮਜੀਠੀਆ ਸਾਹਿਬ ਦੋਨੇ ਬਾਹਰ ਨੇ। ਗੱਲ ਕਰੀਏ ਤਾਂ ਜਿਹੜੇ ਹੁਣ ਹੇਠਲੇ ਲੈਵਲ ਦੇ ਜਿਹੜੇ ਵਰਕਰ ਨੇ, ਲੜਾਈਆਂ ਤਾਂ ਉਹੀ ਆਪਸ 'ਚ ਹੁੰਦੀਆਂ ਨੇ ਉਹਨਾਂ ਦੀਆਂ। ਕੋਈ ਮੋੜ ਤੇ ਲੜ ਪਿਆ, ਕੋਈ ਝੰਡਾ ਲਾਉਣ ਪਿੱਛੇ ਲੜ ਪਿਆ, ਕੋਈ ਪੋਸਟਰ ਲਾਉਣ ਪਿੱਛੇ ਲੜ ਪਿਆ। ਹੋ ਸਕਦਾ ਕਿ ਕਿਸੇ ਪਾਰਟੀ ਵਿਸ਼ੇਸ਼ ਕਰਕੇ ਲੜਾਈ ਹੁੰਦੀ ਹੋਵੇ, ਪਰ ਲੜਾਈਆਂ ਤਾਂ ਥੱਲੇ ਹੀ ਹੁੰਦੀਆਂ। ਸੋ ਸਾਨੂੰ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਜੇ ਮਾੜੀ ਮੋਟੀ ਕੋਈ ਲੜਾਈ ਹੋਈ ਹੈ ਉਹ ਠੰਡੇ ਵੀ ਪੈ ਜਾ ਕਰੋ, ਕਦੀ ਘਰੇ ਵੀ ਆਪਾਂ ਨਿਪਟਾਰਾ ਜਿਹੜਾ ਕਰ ਲੈਣਾ ਚਾਹੀਦਾ। ਉਹ ਪੁਲਿਸ ਦੇ ਵਿੱਚ, ਥਾਣਿਆਂ ਦੇ ਵਿੱਚ ਜਾਣ ਦੀ ਹਰੇਕ ਵਾਰ ਦੀ ਲੋੜ ਨਹੀਂ ਹੁੰਦੀ, ਜਦੋਂ ਤੱਕ ਇਸ ਚੀਜ਼ ਦੀ ਆਪਾਂ ਨੂੰ ਪੂਰੀ ਲੋੜ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੈ ਉਹ ਨਾ ਲੱਗੇ। ਅੱਗੇ ਵਧਦੇ ਹਾਂ ਕੁਲਵੰਤ ਜੀ। SGPC ਦੀ ਗੱਲ ਹੋ ਰਹੀ ਹੈ, ਅਕਾਲੀ ਦਲ ਦੀ ਗੱਲ ਹੋ ਰਹੀ ਹੈ, SGPC ਦੀ ਗੱਲ ਹੋਣੀ ਲਾਜ਼ਮੀ ਹੈ। ਪੋਲੀਟਿਕਸ ਦੇ ਬਾਬਾ ਬੋਰਡ ਰਹੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਪਿੱਛੇ ਜੇ ਬਿਆਨ ਦਿੱਤਾ ਹੈ, ਲੰਬੀ ਦੇ ਵਿੱਚ ਉਹ ਧੰਨਵਾਦ ਜਿਹੜੀਆਂ ਆਪਣੀਆਂ ਸਭਾਵਾਂ ਨੇ ਉਹ ਕਰ ਰਹੇ ਨੇ ਇਸ ਟਾਈਮ। ਤੇ ਉਹਨਾਂ ਨੇ ਉੱਥੇ ਬਿਆਨ ਦਿੱਤਾ ਕਿ ਹੁਣ SGPC ਦੀਆਂ ਚੋਣਾਂ ਲਈ ਨੇ ਜਿਹੜੇ ਉਹ ਮੈਂਬਰ ਤਿਆਰ ਰਹਿਣ। ਪੰਜਾਬੀਆਂ ਲਈ ਉਹਨਾਂ ਨੇ ਇਹ ਸੰਦੇਸ਼ ਦਿੱਤਾ ਕਿ ਪੰਜਾਬੀਓ ਹੁਣ ਤੁਹਾਡੇ ਧਿਆਨ ਰੱਖਣਾ ਕਿ ਜਿਹੜੇ MLA ਦੇ ਵੋਟਾਂ ਦੇ ਵਿੱਚ ਤਾਂ ਤੁਹਾਨੇ ਚਲੋ ਆਮ ਆਦਮੀ ਪਾਰਟੀ ਨੂੰ ਵੋਟ ਪਾਤੀ, ਜੇ ਤੁਹਾਨੇ ਹੁਣ ਵੀ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਪਾਈ ਹੈ ਤਾਂ ਗੁਰੂ ਘਰਾਂ ਦੇ ਵਿੱਚ ਹੁਣ ਫਿਰ ਕੇਜਰੀਵਾਲ ਦੀਆਂ ਫੋਟੋਆਂ ਲੱਗਣਗੀਆਂ, ਇਹ ਤੁਸੀਂ ਧਿਆਨ ਰੱਖਣਾ। ਇੱਕ ਤਾਂ ਇਹਦੇ ਬਾਰੇ ਪ੍ਰਤੀਕਿਰਿਆ ਤੁਸੀਂ ਜ਼ਰੂਰ ਦਿਓ। ਇਹਦੇ ਨਾਲ ਹੀ ਤੁਹਾਨੂੰ ਮੈਂ ਦੂਜਾ ਕੁਐਸਚਨ ਵੀ ਪੁੱਛ ਲੈਣਾ ਕਿ SGPC ਮੈਂਬਰ ਨੇ ਮਾਸਟਰ ਮਿੱਠੂ ਸਿੰਘ ਕਾਨਕੇ ਮਾਸਟਰ ਮਿੱਠੂ ਸਿੰਘ ਕਾਨਕੇ ਨੇ ਇਹ ਕਹਿੰਦੇ ਨੇ ਜੀ ਕਿ ਬੜਾ ਵੱਡਾ ਘਪਲਾ ਜੀ SGPC ਦੇ ਵਿੱਚ ਚੱਲ ਰਿਹਾ। ਇਹ ਕਹਿੰਦੇ ਜੀ 3000 ਏਕੜ ਦੀ ਜ਼ਮੀਨ ਸੀਗੀ, ਉਹਦਾ 4.99 ਲੱਖ ਕਰੋੜ ਰੁਪਈਆ 99 ਕਰੋੜ ਰੁਪਈਆ ਜਿਹੜਾ ਠੇਕਾ ਹੈ ਉਹ ਆ ਰਿਹਾ, ਜਿਹੜਾ ਕਿ ਬੜਾ ਘੱਟ ਹੈ। ਤੇ ਬਾਕੀ ਜਿਹੜੀਆਂ ਜ਼ਮੀਨਾਂ ਵੀ ਲੀਜ਼ ਤੇ ਇਹਨਾਂ ਨੇ ਦਿੱਤੀਆਂ ਨੇ, ਉਹਨਾਂ ਨੇ 3-4 ਗੁਰਦੁਆਰਿਆਂ ਦੇ ਜ਼ਮੀਨਾਂ ਦੇ ਬਾਰੇ ਜਿਹੜੀ
ਆਪਣੀ ਅੱਗੇ ਦੱਸਿਆ ਹੈਗਾ, ਤੇ ਉਹਦੇ ਵਿੱਚ ਉਹ ਕਹਿੰਦੇ ਆ ਵੀ ਬੜਾ ਘੱਟ ਹੈ ਇਹਦੇ ਵਿੱਚ ਜਿਹੜੀਆਂ ਦਿੱਤੀਆਂ ਗਈਆਂ ਨੇ ਉਹ ਬਾਦਲ ਕਿਆਂ ਨੂੰ ਦਿੱਤੀਆਂ ਗਈਆਂ ਨੇ, ਇਹਨਾਂ ਦੇ ਨਾਲ ਦਿਆਂ ਨੂੰ ਦਿੱਤੀਆਂ ਗਈਆਂ ਨੇ, ਜਾਂ ਇਹਨਾਂ ਦੇ ਜਿਹੜੇ ਨੇੜੇ ਦੇ ਹੋਰ ਮੰਤਰੀ ਨੇ ਜਾਂ ਹੋਰ ਮੰਤਰੀ ਰਹੇ ਨੇ, ਹੋਰ ਜਿਹੜੇ ਲੀਡਰ ਰਹੇ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਨੇ। ਤੇ ਇਹ ਕਹਿੰਦੇ ਜੀ ਸਿੱਧਾ ਸਿੱਧਾ ਘਪਲਾ ਹੋ ਰਿਹਾ ਤੇ ਅਸੀਂ ਇਹਦੇ ਖਿਲਾਫ ਆ। ਕਹਿੰਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਕਹਿੰਦੇ ਹੁਣ ਬਾਦਲਾਂ ਦੇ ਹੱਕ ਦੇ ਵਿੱਚ ਪੂਰੀ ਹੈ, ਤੇ ਇਹਦੇ ਬਾਰੇ ਹੁਣ ਅੱਗੇ ਕੀ ਆਪਾਂ ਦੇਖਦੇ ਹਾਂ ਕਿ ਹੋ ਸਕਦਾ ਹੁਣ ਅਕਾਲੀ ਦਲ ਦੇ ਹੱਥੋਂ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਹੈ ਉਹ ਵੀ ਨਿਕਲ ਜੇ। ਹਾਂ ਬੋਨੀ, ਪਹਿਲਾਂ ਤੁਹਾਡੇ ਪਹਿਲੇ ਵਾਲੇ ਕੁਐਸਚਨ ਦਾ ਉੱਤਰ ਦੇ ਦਿਆਂ ਮੈਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਾਂ ਉਹਦੇ ਜੇਕਰ ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਤੇ ਆਪਾਂ ਅਗਰ ਧਿਆਨ ਨਜ਼ਰਸਾਨੀ ਕਰੀਏ ਤਾਂ ਉਹਦੇ ਵਿੱਚ ਇੱਕ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਗਠਨ ਕੀਤਾ ਗਿਆ ਸੀ ਗੁਰਦੁਆਰਿਆਂ ਦੀ ਗੁਰੂ ਘਰਾਂ ਦੀ ਸੇਵਾ ਸੰਭਾਲ ਤੇ ਉਹਦੇ ਵਾਸਤੇ ਸਾਰਾ ਕੁਝ ਇਹਦਾ ਗਠਨ ਕੀਤਾ ਗਿਆ ਸੀ, ਆਪਣੇ ਸਿੱਖਾਂ ਦੇ ਹੱਥ ਦੇ ਵਿੱਚ ਸਾਰਾ ਕੁਝ ਰਹੇ ਇਹ। ਤੇ ਉਹਦੇ ਵਿੱਚੋਂ ਜਿਹੜਾ ਸੀ ਸਿਆਸੀ ਵਿੰਗ ਨਿਕਲਿਆ ਸੀਗਾ ਇਹਦਾ ਸ਼੍ਰੋਮਣੀ ਅਕਾਲੀ ਦਲ, ਤੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਵਿੰਗ ਨਿਕਲਿਆ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਸੱਤਾ ਵੀ ਭੋਗੀ 25 ਸਾਲ, ਮਤਲਬ ਇਹ ਲਾ ਕੇ ਚਲੋ ਵੀ ਜ਼ਿਆਦਾਤਰ ਜਿਹੜਾ ਪੰਜਾਬ ਦਾ ਹਿੱਸਾ, ਪੰਜਾਬ ਦੇ ਜਿਹੜੇ ਸੱਤਾ ਰਹੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਥ 'ਚ ਰਹੀ ਹੈ। ਇਹਦੇ ਵਿੱਚੋਂ 25 ਸਾਲ ਬਾਦਲਾਂ ਨੇ ਰਾਜ ਕੀਤਾ ਇਹਨਾਂ ਵਿੱਚੋਂ, ਠੀਕ ਹੈ ਜੀ। ਹੁਣ ਆਈਏ ਆਪਾਂ ਕਿ ਇਸ ਸਾਰੇ ਸਮੇਂ ਦੇ ਦੌਰਾਨ ਜਿਹੜਾ ਇੱਕੋ ਗੱਲ ਨਿਕਲ ਕੇ ਸਾਹਮਣੇ ਆਉਂਦੀ ਰਹੀ ਹੈ, ਇੱਕੋ ਪ੍ਰਚਾਰ ਕੀਤਾ ਜਾਂਦਾ ਰਿਹਾ ਵੀ ਪੰਥ ਖਤਰੇ 'ਚ, ਪੰਥ ਖਤਰੇ 'ਚ ਹੈ ਜੀ। ਪੰਥ ਨੂੰ ਅੱਗੇ ਰੱਖ ਕੇ ਜਿਹੜੀਆਂ ਚੋਣਾਂ ਲੜੀਆਂ ਜਾਂਦੀਆਂ ਰਹੀਆਂ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕੀਤਾ ਗਿਆ ਉਸ ਸਮੇਂ ਦੌਰਾਨ। ਤੇ ਤਾਂ ਕੀਤਾ ਗਿਆ ਕਿਉਂਕਿ ਜਿਹੜੀ ਸ਼੍ਰੋਮਣੀ ਕਮੇਟੀ ਦਾ ਮੁੱਖ ਏਜੰਡਾ ਸੀਗਾ ਉਹ ਸਿੱਖੀ ਸੀਗਾ। ਅਗਰ ਆਪਾਂ ਪੰਜਾਬੀ ਸੂਬੇ ਦੀ ਗੱਲ ਵੀ ਕਰ ਲਈ ਜਾਵੇ, ਇਹਦੇ ਨਾਲ ਕਰਨੀ ਬਣਦੀ ਹੈ ਕਿਉਂਕਿ 1966 ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ 1966 ਤੋਂ ਪਹਿਲਾਂ ਪੰਜਾਬ ਜਿਹੜਾ ਸੀਗਾ ਉਹ ਬਹੁਤ ਵੱਡਾ ਮਹਾ ਪੰਜਾਬ ਸੀਗਾ ਇੱਕ। ਤੇ ਜੇਕਰ ਆਪਾਂ ਇੱਕ ਦੋਸ਼ ਦਿੰਦੇ ਹਾਂ ਕਿ ਅੰਗਰੇਜ਼ਾਂ ਨੇ ਭਾਰਤ ਦੀ ਵੰਡ ਕਰ ਦਿੱਤੀ ਜਾਣ ਲੱਗਿਆ ਤੇ ਉਹਦੇ ਵਿੱਚ ਪੰਜਾਬ ਦੇ 2 ਟੁਕੜੇ ਹੋ ਗਏ ਤੇ ਉਹਦੇ 'ਚ ਪੰਜਾਬ ਨੇ ਬਹੁਤ ਕੁਝ ਸਹਿਆ, ਪਰ ਅੰਗਰੇਜ਼ਾਂ ਨੂੰ ਤਾਂ ਆਪਾਂ ਦੋਸ਼ ਦੇਈ ਜਾ ਰਹੇ ਹਾਂ, ਪਰ ਕੀ ਆਪਾਂ ਜੋ ਕੁਝ ਵੀ ਆਪਣਿਆਂ ਨੇ ਕੀਤਾ ਕਿ ਉਸ ਨੂੰ ਆਪਾਂ ਭੁੱਲ ਜਾਂਦੇ ਹਾਂ, ਕਿ ਆਪਾਂ ਉਹ ਮਾਫ ਕਰਨ ਯੋਗ ਹੈਗਾ ਉਹ ਚੀਜ਼ ਸਾਰੀ। ਪੰਜਾਬੀ ਸੂਬੇ ਦੀ ਮੰਗ ਦੀ ਗੱਲ ਨੂੰ ਲੈ ਕੇ ਇੱਕ ਵੱਡਾ ਰੌਲਾ ਪਿਆ। ਉਹਦੇ ਪਿੱਛੇ ਦੇ ਕਾਰਨ ਕੀ ਸੀਗੇ? ਪਿੱਛੇ ਦੇ ਕਾਰਨ ਇਹ ਸੀਗੇ ਕਿ ਜਦੋਂ ਵੱਡਾ ਪੰਜਾਬ ਹੁੰਦਾ ਉਹਦੀ ਸੱਤਾ ਜਿਹੜੀ ਆ ਉਹ ਕੁਝ ਖਾਸ ਹਿੱਤਾਂ ਦੇ, ਕੁਝ ਖਾਸ ਲੋਕਾਂ ਕੋਲੇ ਉਹ ਸੱਤਾ ਦਾ ਜਿਹੜਾ ਸੁਪਨਾ ਸੀ ਉਹਨਾਂ ਦਾ ਪੂਰਾ ਨਹੀਂ ਹੁੰਦਾ ਸੀਗਾ। ਤੇ ਉਹ ਸੁਪਨਾ ਪੂਰਾ ਹੋਵੇ ਇਸ ਕਰਕੇ ਇੱਕ ਕੁਝ ਖਾਸ ਇਲਾਕੇ ਜਿਹੜੇ ਸੀ ਉਹ ਵੱਖਰੇ ਹੋ ਗਏ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਬੜੀ ਵੱਡੀ ਇਹਦੇ ਵਿੱਚ ਜਿਹੜਾ ਇਨਵੋਲਵਮੈਂਟ ਹੈ ਰਹੀ ਹੈ ਇਹ ਸਾਰੇ ਮਾਮਲੇ ਦੇ। ਮਾਸਟਰ ਤਾਰਾ ਸਿੰਘ ਉਹਨਾਂ ਨੇ ਸਾਰਾ ਮੁੱਦਾ ਚੱਕਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਕਾਫੀ ਕੁਝ ਇਹਦੇ 'ਚ ਰਿਹਾ, ਕੁਝ ਖਾਸ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋਇਆ। ਤੇ ਉਹ ਹੁਣ ਚੀਜ਼ ਜਿਹੜੀ ਸੀਗੀ ਕਿ ਉਹ ਇੱਕ ਮੁੱਖ ਏਜੰਡਾ ਕੀ ਰਿਹਾ ਕਿ ਉਹਦੇ ਨਾਲੋਂ ਸਿੱਖ ਜਿਹੜੇ ਸੀ ਭਾਈਚਾਰਾ ਉਹ ਇੱਕ ਪਾਸੇ ਆ ਗਿਆ ਤੇ ਉਹ ਸਿੱਖ ਭਾਈਚਾਰਾ ਜਿਹੜਾ ਜਿਹਦੇ ਇਨਫਲੂਐਂਸ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨਫਲੂਐਂਸ 'ਚ ਸੀਗਾ, ਗੁਰੂ ਘਰਾਂ ਦੇ ਨਾਲ ਬਹੁਤ ਨੇੜੇ ਹੋ ਕੇ ਜੁੜਿਆ ਹੋਇਆ ਸੀ। ਗੁਰੂ ਘਰਾਂ ਦੇ ਵਿੱਚ ਹੀ ਰਾਜਨੀਤਿਕ ਜਿਹੜੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ, ਗੁਰੂ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਮੁੱਖ ਰੱਖ ਕੇ, ਸਿੱਖੀ ਨੂੰ ਮੁੱਖ ਰੱਖ ਕੇ ਹੀ ਪ੍ਰਚਾਰ ਕੀਤਾ ਜਾਂਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ, ਤੇ ਉਹ ਚੀਜ਼ ਜਿਹੜੀ ਆ ਮੁੱਖ ਰਹੀ ਆ। ਹੁਣ ਕੀ ਹੋਇਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਪਤਨ ਹੁੰਦਾ ਜਾ ਰਿਹਾ, ਤੁਸੀਂ ਦੇਖੋ ਵੀ 2017 ਦੇ ਵਿੱਚ ਕਿਸ ਤਰੀਕੇ ਨਾਲ 15 ਸੀਟਾਂ ਰਹਿ ਗਈਆਂ, ਫਿਰ ਹੁਣ 3 ਸੀਟਾਂ ਰਹਿ ਗਈਆਂ। ਹੁਣ ਫਿਰ ਉਹੀ ਚੀਜ਼ ਨਿਕਲ ਕੇ ਸਾਹਮਣੇ ਆਉਣ ਲੱਗੀ। ਹੁਣ ਇੱਕ ਚਿੰਤਾ ਸਤਾਉਣ ਲੱਗ ਪਈ ਹੈ, ਜਿਹੜੇ ਲੋਕ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਾਬਜ਼ ਨੇ ਕਿ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਜਿਹੜਾ ਬੰਟਾਧਾਰ ਹੋਇਆ ਹੀ ਹੋਇਆ, ਕਿਤੇ ਇਹ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਜਿਹੜਾ ਸੱਤਾ ਹੈਗੀ ਆ ਉਹ ਵੀ ਕਿਤੇ ਖੁੱਸ ਕੇ ਕਿਤੇ ਹੋਰ ਧਿਰ ਕੋਲ ਨਾ ਚਲੀ ਜਾਵੇ। ਤੇ ਇਸੇ ਨੂੰ ਲੈ ਕੇ ਇੱਕ ਵੱਡੀ ਚਿੰਤਾ ਜਿਹੜੀ ਆ ਉਹ ਕੁਝ ਬਿਆਨਾਂ ਦੇ ਰੂਪ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੱਕ ਤਾਂ ਇਹਦੀਆਂ ਚੋਣਾਂ ਇਸ ਕਰਕੇ ਟਲੀਆਂ ਰਹੀਆਂ ਕਿਉਂਕਿ ਇਹਨਾਂ ਦੀ ਭਾਈਵਾਲੀ ਜਿਹੜੀ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਦਿੱਲੀ ਦੇ ਵਿੱਚ ਸੀਗੀ। ਦਿੱਲੀ ਤੋਂ ਇਹ ਅੱਡ ਹੋਏ ਤਾਂ ਉਹਦੇ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਤਾਂ ਆਪਣੇ HS ਫੂਲਕਾ ਸਾਹਿਬ ਨੇ ਇੱਕ ਵੱਡਾ ਬੀੜਾ ਚੁੱਕਿਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਹਨਾਂ ਨੂੰ ਬਾਦਲਾਂ ਤੋਂ ਆਜ਼ਾਦ ਕਰਾਵਾਂਗੇ। ਤੇ ਉਹ ਜਦੋਂ ਕਾਫੀ ਵੱਡਾ ਰੌਲਾ ਪੈ ਗਿਆ ਤਾਂ ਕਿਤੇ ਨਾ ਕਿਤੇ ਜਿਹੜਾ ਮਸਲਾ ਫੇਰ ਦੱਬ ਕੇ ਰਹਿ ਗਿਆ। ਮਨਜਿੰਦਰ ਸਿੰਘ ਸਿਰਸਾ ਹੋਣੇ ਤੇ ਬਿਲਕੁਲ ਨਾਲ ਵੀ ਬੜਾ ਇੱਕ ਵੱਡਾ ਇਹਨਾਂ ਬਿਲਕੁਲ ਪਿੱਠ 'ਚ ਕਹਿੰਦੇ ਛੁਰਾ ਮਾਰਿਆ ਵੀਰ ਬਾਦਲ ਹੋਣਾ ਦਾ। ਬਿਲਕੁਲ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਅੱਡ ਹੋ ਕੇ ਰਹਿ ਗਈਆਂ। ਹੁਣ ਕਿਉਂਕਿ ਸੱਤਾ ਬਦਲ ਚੁੱਕੀ ਹੈ, ਦੂਜੇ ਪਾਸੇ ਭਾਈਵਾਲੀ ਉਧਰ ਖਤਮ ਹੋਈ ਪਈ ਹੈ ਇਹਨਾਂ ਦੀ BJP ਨਾਲ, ਤੇ
ਇਹ ਵੀ ਨਹੀਂ ਹੈਗਾ ਕਿ ਅਗਲੀ ਵਾਰ ਜੇ ਐਤਕੀ ਅਸੀਂ ਨਹੀਂ ਆਏ ਤਾਂ ਅਗਲੀ ਵਾਰੀ ਕਾਂਗਰਸੀ ਆ ਜਾਣਗੇ, ਜੇ ਕਾਂਗਰਸੀ ਐਤਕੀ ਅਸੀਂ ਆ ਤਾਂ ਐਤਕੀ ਕਾਂਗਰਸੀ ਨਹੀਂ ਤਾਂ ਅਸੀਂ ਅਗਲੀ ਵਾਰੀ ਆ ਜਾਵਾਂਗੇ। ਉਹ ਡਰ ਵੀ ਜਿਹੜਾ ਉਹ ਖਤਮ ਹੋ ਚੁੱਕਿਆ ਕਿਸੇ ਪਾਸੋਂ, ਕਿਉਂਕਿ ਐਤਕੀ ਹੁਣ ਤੀਜੀ ਧਿਰ ਦੇ ਕੋਲ ਸੱਤਾ ਹੈਗੀ ਹੈ ਤੇ ਉਹ ਲਾਲਚ ਵੀ ਕੋਈ ਨਹੀਂ ਵੀ ਅਗਲੀ ਵਾਰ ਜੇ ਆ ਗਏ ਤਾਂ ਅਸੀਂ ਇਹ ਕੰਮ ਨੂੰ ਸੁਧਾਰ ਲਾਂਗੇ, ਅਸੀਂ ਇਹ ਕਰ ਲਵਾਂਗੇ। ਹੁਣ ਮਸਲਾ ਜਿਹੜਾ ਪਾਸਾ ਸਿਰਾ ਸਾਰਾ ਹੀ ਪੁੱਠਾ ਪੈ ਚੁੱਕਾ ਤੇ ਉਹ ਸਾਰਾ ਦਾ ਸਾਰਾ ਪਾਸਾ ਗੇਮ ਬਦਲ ਕੇ ਜਿਹੜੀ ਆਮ ਆਦਮੀ ਪਾਰਟੀ ਦੇ ਹੱਥ 'ਚ ਚਲੀ ਗਈ ਹੈ। ਹੁਣ ਕਿਸੇ ਗੱਲ ਦਾ ਡਰ ਵੀ ਨਹੀਂ ਬਚਿਆ ਕਿ ਜੇ ਅਗਲੀ ਵਾਰੀ ਆ ਕੇ ਤੇ ਸਾਨੂੰ ਢਾਹ ਲੈਣਗੇ। ਸ਼ੇਰ ਦੇ ਉੱਤੇ ਚੜੇ ਬੰਦੇ ਨੂੰ ਕੋਈ ਚੀਕਾ ਮਾਰਨ ਦੀ ਲੋੜ ਨਹੀਂ ਹੈਗੀ ਕਿ ਮੈਂ ਜੇ ਥੱਲੇ ਉਤਰ ਗਿਆ ਤਾਂ ਮੈਨੂੰ ਖਾ ਜਾਏਗਾ। ਹੁਣ ਤਾਂ ਸੱਤਾ ਹੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਵਾਲਿਆਂ ਦੇ ਹੱਥ 'ਚ ਹੈ। ਇਸ ਕਰਕੇ ਪੂਰਾ ਡਰ ਬਣਿਆ ਹੋਇਆ ਵੀ ਕਿਤੇ ਸਾਡੇ ਹੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੱਤਾ ਉਹ ਵੀ ਖੁੱਸ ਨਾ ਜਾਵੇ। ਇਸੇ ਨੂੰ ਲੈ ਕੇ ਜਿਹੜੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਨਿਕਲ ਕੇ ਸਾਹਮਣੇ ਆਉਂਦੇ ਨੇ, ਜਦੋਂ ਇਦਾਂ ਦੇ ਬਿਆਨ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਫਿਰ ਉਹ ਚੀਜ਼ਾਂ ਉਹ ਗੱਲਾਂ ਦੇ ਉੱਤੇ ਯਕੀਨ ਕਰਨ ਨੂੰ ਦਿਲ ਕਰਨ ਲੱਗ ਪੈਂਦਾ ਹੈ ਕਿ ਕਿਤੇ ਨਾ ਕਿਤੇ ਹੁਣ ਜਿਹੜਾ ਡਰ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੱਤਾ ਖੁੱਸਣ ਦਾ ਵੀ ਨਜ਼ਰ ਆ ਰਿਹਾ। ਇਹ ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਹੋਣੀ। ਨੰਬਰ 2 ਤੇ ਤੁਸੀਂ ਗੱਲ ਕੀਤੀ ਹੈਗੀ ਹੈ ਸ਼੍ਰੋਮਣੀ ਕਮੇਟੀ ਦੇ ਬੇਨਿਯਮੀਆਂ ਦੇ ਖਿਲਾਫ ਜਿਹੜੀ ਆ ਉਹ ਉਹਨਾਂ ਦੇ ਜਿਹੜੇ ਮੈਂਬਰ ਤੇ ਜਿਹੜੇ ਮੁਲਾਜ਼ਮ ਵੀ ਡਟਣੇ ਸ਼ੁਰੂ ਹੋ ਗਏ ਨੇ। ਤੇ ਉਹ ਮੁਲਾਜ਼ਮ ਤੇ ਮੈਂਬਰ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਕੋਈ ਪਹਿਲਾਂ ਮੁਲਾਜ਼ਮ ਜਾਂ ਮੈਂਬਰ ਕੋਈ ਵਿਰੋਧ ਕਰਦਾ ਤੇ ਉਹਨਾਂ ਨੂੰ ਤੁਰੰਤ ਜਿਹੜਾ ਜਾਂ ਤਾਂ ਉਹਨਾਂ ਜੋ ਕੱਢ ਕੇ ਬਾਹਰ ਮਾਰਦੇ ਜਾਂ ਉਹਨਾਂ ਦੇ ਕੁਛ ਨਾ ਕੁਛ ਇਹੋ ਜਿਹਾ ਹੁੰਦਾ ਕਿ ਜਿਹੜਾ ਉਹਨਾਂ ਦਾ ਕਾਫੀ ਵੱਡੇ ਲੈਵਲ ਦੇ ਉੱਤੇ ਨੁਕਸਾਨ ਹੋ ਜਾਂਦਾ। ਉਹਦੇ 'ਚ ਭਾਵੇਂ ਅਰਦਾਸੀਆ ਭਾਈ ਬਲਬੀਰ ਸਿੰਘ ਦੀ ਗੱਲ ਕਰ ਲਈਏ, ਉਹਦੇ ਵਿੱਚ 5 ਪਿਆਰਿਆਂ ਦੀ ਗੱਲ ਕਰ ਲਈਏ, ਉਹਦੇ 'ਚ ਗਿਆਨੀ ਗੁਰਮੁਖ ਸਿੰਘ ਉਹਨਾਂ ਦੀ ਗੱਲ ਕਰ ਲਈਏ, ਉਹਨਾਂ ਦੀ ਲਿਸਟ ਬੜੀ ਲੰਬੀ ਹੋ ਸਕਦੀ ਹੈ। ਤੇ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਕੀ ਹੋ ਚੁੱਕਿਆ ਉਹ ਸਾਰਿਆਂ ਨੂੰ ਪਤਾ। ਅਰਦਾਸੀਆ ਬਲਬੀਰ ਸਿੰਘ ਦੇ ਨਾਲ ਕੀ ਹੋਇਆ, ਉਹਨਾਂ ਦਾ ਕਿੱਦਾਂ ਤਬਾਦਲਾ ਕਰ ਦਿੱਤਾ ਗਿਆ, ਕਿੱਦਾਂ ਉਹਨਾਂ ਦੇ ਨੌਕਰੀ ਦੇ ਬੈਨੀਫਿਟਸ ਕਰਦੇ। ਕਿਉਂਕਿ ਮੇਰੇ ਨਾਲ ਤਾਂ ਉਹ WhatsApp ਦੇ ਉੱਤੇ ਵੀ ਐਡ ਹੈਗੇ ਨੇ, ਮੇਰੇ ਨਾਲ ਉਹ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਨੇ। ਅਕਸਰ ਉਹ ਕਹਿੰਦੇ ਰਹਿੰਦੇ ਨੇ ਵੀ ਮੇਰਾ ਬਹੁਤ ਜਿਹੜਾ ਨੁਕਸਾਨ ਕਰ ਦਿੱਤਾ ਸਿਰਫ ਇੱਕ ਛੋਟੀ ਜਿਹੀ ਗਲਤੀ ਕਰਕੇ, ਵੀ ਮੈਂ ਸਿਰਫ ਦੇਣ ਤੋਂ ਇਨਕਾਰ ਕਰਤਾ ਸੀ ਬਾਦਲ ਨੂੰ। ਤਾਂ ਦੂਜੇ ਪਾਸੇ ਅਗਰ ਆਪਾਂ ਦੇਖੀਏ 5 ਪਿਆਰਿਆਂ ਦੀ ਗੱਲ ਕਰੀਏ ਤਾਂ 5 ਪਿਆਰਿਆਂ ਨੇ ਵੀ ਉਦੋਂ ਵਿਰੋਧ ਕੀਤਾ ਸੀਗਾ ਕਾਫੀ, ਜਦੋਂ ਇਹਦਾ ਹੋਇਆ ਸੀਗਾ ਇਹਨਾਂ ਨੂੰ ਗਿਆਨੀ ਗੁਰਮੁਖ ਸਿੰਘ ਵਾਲੀ ਗੱਲ ਆਈ ਸੀ। ਤੇ ਉਸ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਨੇ ਉਸ ਚੀਜ਼ ਦਾ ਵਿਰੋਧ ਕੀਤਾ ਸੀਗਾ ਵੀ ਜਦੋਂ ਸਰਸੇ ਵਾਲੇ ਸਾਧ ਨੂੰ ਜਿਹੜੀ ਮਾਫੀ ਦੇਣ ਦੀ ਗੱਲ ਆਈ ਸੀਗੀ। ਤਾਂ ਉਹ ਸਾਰਾ ਦਾ ਸਾਰਾ ਜਿਹੜਾ ਮਸਲਾ 5 ਪਿਆਰਿਆਂ ਨੂੰ ਵੀ ਭਾਜਣਾ ਪਾਈਆਂ ਰੱਖੀਆਂ, ਉਹਨਾਂ ਨੂੰ ਵੀ ਫੜਨ ਲਈ ਪੁਲਿਸ ਜਾਂਦੀ, ਉਹ ਲੁਕ ਜਾਂਦੇ, ਫਿਰ ਪ੍ਰੈਸ ਕਾਨਫਰੰਸ ਕਰ ਲੈਂਦੇ, ਲੁਕ ਜਾਂਦੇ। ਮੈਂ ਤਾਂ ਉਹਨਾਂ ਚੀਜ਼ਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਛਾਪਦਾ ਰਿਹਾ ਹੈਗਾ। ਤੇ ਉਹ ਨਿਕਲ ਗਿਆ। ਮਤਲਬ ਇਹ ਸਾਰੀਆਂ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਨੇ ਉਦੋਂ ਹੁੰਦੀਆਂ ਸੀ ਜਦੋਂ ਉਹ ਸੱਤਾ 'ਚ ਹੁੰਦੇ ਸੀਗੇ। ਤੇ ਇਸ ਕਰਕੇ ਡਰਦੇ ਮਾਰੇ ਕੋਈ ਬੋਲਦਾ ਨਹੀਂ ਹੁੰਦਾ ਸੀ। ਹੁਣ ਸੱਤਾ ਜਿਹੜੀ ਆ ਉਹ ਖੁੱਸ ਚੁੱਕੀ ਆ ਤੇ ਦੁਬਾਰਾ ਆਉਣ ਦਾ ਜਿਹੜਾ ਉਹ ਜਲਦੀ ਜਿਹੜਾ ਉਹ ਨੇੜੇ ਤੇੜੇ ਕੁਝ ਰਹਿ ਨਹੀਂ ਗਿਆ, ਕਿਉਂਕਿ ਨਾ ਤਾਂ ਕੇਂਦਰ ਦੇ ਵਿੱਚ ਇਹਨਾਂ ਦੀ ਕੋਈ ਸੱਤਾ ਹੈਗੀ ਆ, ਨਾ ਹੀ ਜਿਹੜੀ ਸੂਬੇ ਦੇ ਵਿੱਚ ਹੁੰਦੀ ਹੈ। ਪਹਿਲਾਂ ਕੀ ਹੁੰਦਾ ਸੀ ਕਿ ਜੇ ਸੂਬੇ 'ਚ ਨਹੀਂ ਹੁੰਦੀ ਸੀ ਤੇ ਕੇਂਦਰ 'ਚ ਹੁੰਦੀ ਸੀ, ਕੇਂਦਰ 'ਚ ਨਹੀਂ ਹੁੰਦੇ ਸੂਬੇ 'ਚ ਹੁੰਦੇ ਸੀ। ਕਿਤੇ ਨਾ ਕਿਤੇ ਕੋਈ ਡਰ ਬੈਠਾ ਰਿਹਾ ਹੁੰਦਾ ਸੀ। ਲੇਕਿਨ ਹੁਣ ਉਹ ਡਰ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ। ਮੁਲਾਜ਼ਮ ਜਿਹੜੇ ਨੇ ਹੁਣ ਉਵੇਂ ਦੇ ਮੁਲਾਜ਼ਮ ਬਣ ਚੁੱਕੇ ਨੇ ਜਿਵੇਂ ਦੇ ਸਰਕਾਰੀ ਮੁਲਾਜ਼ਮ ਹੋਇਆ ਕਰਦੇ ਨੇ। ਸਰਕਾਰੀ ਮੁਲਾਜ਼ਮਾਂ ਦੀ ਅਗਰ ਗੱਲ ਕਰੀਏ ਤਾਂ ਅਕਸਰ ਇਹ ਦੋਸ਼ ਲੱਗਦੇ ਨੇ ਕਿ ਸਰਕਾਰੀ ਮੁਲਾਜ਼ਮ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਉਦੋਂ ਆਪਣੇ 6 ਮਹੀਨੇ ਪਹਿਲਾਂ ਜਿਹੜੇ ਝੰਡੇ ਚੁੱਕ ਕੇ ਕਿਤੇ ਨਾ ਕਿਤੇ ਧਰਨੇ ਲਾ ਕੇ ਬੈਠ ਜਾਂਦੇ ਨੇ ਵੀ ਹੁਣ ਮੌਕਾ ਹੈਗਾ, ਸਰਕਾਰਾਂ ਤੋਂ ਹੁਣ ਮਨਾ ਲਓ ਜੋ ਮਨਾਉਣਾ ਹੈਗਾ, ਇਸ ਤੋਂ ਬਾਅਦ ਸਰਕਾਰਾਂ ਨੇ ਸਾਡੇ ਹੱਥ ਨਹੀਂ ਆਉਣਾ। ਉਹ ਜੋ ਪਿੱਟ ਸਿਆਪਾ ਤੇ ਡਾਂਗੋ ਡਾਂਗੀ ਤੇ ਬੁਰਾ ਹਾਲ ਜਿਹੜਾ ਹੁੰਦਾ ਉਹ ਸਾਰਿਆਂ ਦੇ ਸਾਹਮਣੇ ਹੈਗਾ ਤੇ ਉਸ ਤੋਂ ਬਾਅਦ ਉਹ ਗੱਲ ਮਨਾ ਵੀ ਲੈਂਦੇ ਨੇ। ਇਹੋ ਗੱਲ ਹੁਣ ਸੱਤਾ ਇਹਨਾਂ ਦੇ ਹੱਥੋਂ 'ਚੋਂ ਖੁੱਸ ਚੁੱਕੀ ਆ। ਕੋਈ ਕਿਸੇ ਪਾਸੋਂ ਕਿਸੇ ਦਾ ਸਿਆਸੀ ਹੱਥ ਵੀ ਨਹੀਂ ਹੈਗਾ ਕਿਸੇ ਪਾਸੋਂ, ਤੇ ਪਾਰਟੀ ਜਿਹੜੀ ਆ ਉਹ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕੀ ਆ। ਅਜਿਹੇ ਹਾਲਾਤਾਂ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਖੁੱਸਣ ਦਾ ਜਿਹੜਾ ਡਰ ਹੈ ਉਹ ਮਨਾਂ ਦੇ ਵਿੱਚ ਬਾਦਲਾਂ ਦੇ ਬੈਠ ਚੁੱਕਿਆ। ਤੇ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਜਿਹੜੇ ਉਹ ਮੁਲਾਜ਼ਮ ਜਿਹੜੇ ਨੇ ਉਹ ਵੀ ਚੁੱਕਣਾ ਚਾਹੁੰਦੇ ਨੇ। ਇਹੀ ਕਾਰਨ ਨਿਕਲ ਕੇ ਸਾਹਮਣੇ ਆਇਆ ਕਿ ਉਹ ਜਿਹੜੀ ਹੁਣ ਪ੍ਰੈਸ ਕਾਨਫਰੰਸ ਹੋਈ ਆ, ਜਿਹੜੀ ਬੇਨੀਮੀਆਂ ਵਾਲੀ ਗੱਲ ਹੋਈ ਆ ਵੀ 3000 ਏਕੜ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਉਹਦਾ ਠੇਕੇ ਜਿਹੜੇ ਬਾਦਲਾਂ ਨੂੰ ਦੇ ਦਿੱਤੇ ਗਏ। ਉਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਹੈ ਉਹ ਤਾਂ ਘਾਟੇ ਵਾਲਾ ਸ਼ੋਅ ਕੀਤਾ ਜਾ ਰਿਹਾ, ਜਿਹਦਾ ਫਾਇਦਾ ਜਿਹੜਾ ਉਹ ਕੋਈ ਹੋਰ ਲੈ ਰਿਹਾ ਹੈਗਾ। ਇਹ ਸਾਰੀਆਂ ਚੀਜ਼ਾਂ ਉਦੋਂ ਹੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਦੋਂ ਹੁਣ ਮੁਲਾਜ਼ਮਾਂ ਨੂੰ ਜਾਂ ਹੋਰ ਮੈਂਬਰਾਂ ਨੂੰ ਕੋਈ ਡਰ ਨਹੀਂ ਬਚਿਆ ਤੇ ਉਹ ਹੁਣ ਖੁੱਲ੍ਹ ਕੇ ਬੋਲ ਰਹੇ ਨੇ। ਖੁੱਲ੍ਹ ਕੇ ਬੋਲਣ ਵਾਲਿਆਂ ਦੇ ਵਿੱਚ ਉਹ ਚਾਹੇ ਉਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਤੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇ ਉਹ ਲੀਡਰ ਹੋਣ। ਇਹ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਹੋਣਾ ਦੇ ਖਿਲਾਫ ਵੀ ਜਿਹੜੇ ਉਹ ਆਵਾਜ਼ ਬੁਲੰਦ ਹੋਈ ਹੈ ਤੇ ਕਿਤੇ ਨਾ ਕਿਤੇ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ। ਕੋਈ ਵੱਡੇ ਲੈਵਲ ਦੇ ਉੱਤੇ ਜਿਹੜਾ ਬਦਲਾਅ ਹੋਣ ਜਾ ਰਿਹਾ, ਇਹ ਹੁਣ ਭਗਵੰਤ ਸਿੰਘ ਮਾਨ ਹੋਣਾ ਦੀ ਗੱਲ ਸੱਚ ਹੋਣ ਜਾ ਰਹੀ ਹੈ ਜਾਂ ਫਿਰ
ਇਹ ਨਿਕਲ ਕੇ ਜਿਹੜੀ ਹੈ ਫਾਈਟ ਬੈਕ ਕਰੇਗੀ ਸ਼੍ਰੋਮਣੀ ਅਕਾਲੀ ਦਲ, ਇਹ ਆਉਣ ਵਾਲਾ ਸਮਾਂ ਦੱਸੇਗਾ ਜੀ। ਇਹਦੇ ਵਿੱਚ ਇਹ ਦੱਸ ਦੇਣਾ ਵੀ ਕੁਲਵੰਤ ਜੀ ਬੜਾ ਜ਼ਰੂਰੀ ਹੈ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਪਹਿਲੀ ਵਾਰੀ ਰੌਲਾ ਪਿਆ ਸੀਗਾ ਤੇ ਸੁਖਜਿੰਦਰ ਰੰਧਾਵਾ ਹੋਣੀ ਤੇ ਨਵਜੋਤ ਸਿੰਘ ਸਿੱਧੂ ਹੋਣੀ ਤੇ ਬਿਕਰਮ ਮਜੀਠੀਆ ਨੇ ਜਦੋਂ ਪਹਿਲੀ ਵਾਰੀ ਖੈਬੜੇ ਸੀਗੇ ਜਿਹੜੇ ਵਿਧਾਨ ਸਭਾ ਦੇ ਵਿੱਚ, ਉਦੋਂ ਇਸ ਗੱਲ ਦਾ ਬੜਾ ਰੌਲਾ ਪਿਆ ਸੀ। ਉਦੋਂ 5-6 ਮੁੱਦੇ ਉੱਠੇ ਸੀ, ਜਿਨ੍ਹਾਂ 'ਚ 2 ਮੁੱਦੇ ਬੜੇ ਕਮਾਲ ਦੇ ਤੇ ਬੜੇ ਇੰਪੋਰਟੈਂਟ ਸੀਗੇ। ਉਹ ਸੀਗਾ, ਪਹਿਲਾ ਇਹ ਸੀ ਕਿ ਸੁਖਜਿੰਦਰ ਰੰਧਾਵਾ ਉਹਨਾਂ ਨੇ ਸਿੱਧਾ ਕਿਹਾ ਸੀ ਕਿ ਸਾਡੀ ਸਰਕਾਰ ਦੀ ਗਲਤੀ ਹੈ ਕਿ ਅਸੀਂ ਇਹਨਾਂ ਨੂੰ ਹੱਥ ਨਹੀਂ ਪਾਉਂਦੇ। ਉਹਨਾਂ ਨੇ ਹੋਰ ਸ਼ਬਦ ਵਰਤੇ ਸੀ ਮਜੀਠੀਆ ਉਹਨਾਂ ਦੇ ਖਿਲਾਫ। ਉੱਥੋਂ ਪਹਿਲਾਂ ਪਤਾ ਲੱਗਿਆ ਸੀ ਕਿ ਸਰਕਾਰ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਹੈ। ਮੈਂ ਤੁਹਾਨੂੰ ਰਿਮਾਈਂਡ ਕਰਦਾ ਇਸ ਚੀਜ਼ ਨੂੰ, ਉਦੋਂ ਸੁਖਜਿੰਦਰ ਰੰਧਾਵਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਪੂਰੀ ਉੱਚੀ ਦੇਣੀ ਜਿਹੜੀ ਆ ਉਹ ਚੀਖ ਕੇ ਕਿਹਾ ਸੀ ਇਹ ਸਾਡੀ ਸਰਕਾਰ ਦੀ ਨਲਾਇਕੀ ਹੈ ਕਿ ਇਹ ਜਿਹੜੇ ਇਹ ਹਾਲੇ ਤੱਕ ਖੁੱਲੇ ਘੁੰਮ ਰਹੇ ਨੇ। ਮੈਨੂੰ ਯਾਦ ਹੈ ਇਹ 28 ਅਗਸਤ 2020 ਦੀ ਗੱਲ ਹੈ, ਜਦੋਂ ਇਹ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਰਿਪੋਰਟ ਦੇ ਉੱਤੇ ਬਹਿਸ ਹੋਣੀ ਸੀ। ਉਦੋਂ ਇਹ ਜਿਹੜੀ ਇਹ ਗੱਲ ਹੋਈ ਸੀ ਤੇ ਪੂਰੀ ਤਰ੍ਹਾਂ ਦੱਬ ਕੇ ਉਹਨਾਂ ਦੀ ਆਪਸ ਦੇ ਵਿੱਚ ਬਹਿਸ ਹੋਈ ਤੇ ਉਦੋਂ ਨਵਜੋਤ ਸਿੰਘ ਸਿੱਧੂ ਤੇ ਇਹ ਬੜਾ ਬੁਰੀ ਤਰ੍ਹਾਂ ਬੋਲੇ ਸੀਗੇ। ਜੀ। ਉਹਦੇ ਵਿੱਚ ਦੂਜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਸੀ ਉਹ ਇਹ ਹੋਈ ਸੀਗੀ ਕਿ ਉਦੋਂ ਨਵਜੋਤ ਸਿੰਘ ਸਿੱਧੂ ਤੇ ਇਹ ਸਾਰੇ ਕੁਨਬੇ ਨੇ ਆਪਸ ਦੇ ਵਿੱਚ ਇਹ ਗੱਲ ਬੜੀ ਜ਼ੋਰਾਂ ਸ਼ੋਰਾਂ ਨਾਲ ਉਠਾਈ ਸੀ ਕਿ ਬਾਦਲਾਂ ਦੇ ਹੱਥੋਂ ਆਪਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆਪਾਂ ਲੈ ਲੈਣਾ। ਉਹ ਹੁਣ ਤਰੀਕਾ ਕੀ ਦੇਖਣਾ ਉਹ ਤੁਸੀਂ ਦੇਖੋ। ਕੈਪਟਨ ਸਾਹਿਬ ਨੂੰ ਝੋਲੀਆਂ ਡੱਡ ਕੇ ਇਹਨਾਂ ਨੇ ਗੱਲਾਂ ਬਾਤਾਂ ਜਿਹੜੀਆਂ ਨੇ ਕਰੀਆਂ ਸੀਗੀਆਂ। ਉਹ ਕਰਨ ਤੋਂ ਬਾਅਦ ਹੁਣ ਜਿਹੜਾ ਇਹ ਸਾਰਾ ਕੁਝ ਹੁਣ ਅੱਗੇ ਜਿਹੜਾ ਵਰਤਾਰਾ ਚੱਲ ਰਿਹਾ, ਇਹਦੇ ਨਾਲ ਦੇਖਣ ਨੂੰ ਮਿਲਦਾ ਕਿ ਬੜਾ ਮਤਲਬ ਔਖਾ ਸਮਾਂ ਜਿਹੜਾ ਆਉਣ ਲੱਗਿਆ ਜਿਹੜਾ ਬਾਦਲ ਪਰਿਵਾਰ ਉੱਤੇ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤਿੰਨਾਂ ਉੱਪਰ। ਤੇ ਅਗਲੀ ਗੱਲ ਕਰ ਲਈਏ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਜੁੜੀ ਹੈ ਇਹ ਹੁਣ ਬੜਾ ਅਜੀਬੋ-ਗਰੀਬ ਜਿਹਾ 2 ਪਾਸਿਆਂ ਦੀ ਇਹ ਖਬਰਾਂ ਲੱਗੀਆਂ ਨੇ। ਪਹਿਲੇ ਪਾਸੇ ਦੀ ਮੈਂ ਤੁਹਾਨੂੰ ਸੁਣਾ ਦਿੰਦਾ ਕਿ ਇਹ ਕਹਿੰਦੇ ਨੇ ਕਿ ਜਿਹੜੇ ਜੇਲ੍ਹ ਮਿਨਿਸਟਰ ਨੇ ਹਰਜੋਤ ਸਿੰਘ ਬੈਂਸ ਹੋਣੀ, ਇਹ ਗਏ ਸੀਗੇ ਜੀ ਪਟਿਆਲਾ ਜੇਲ੍ਹ ਦੇ ਵਿੱਚ ਛਾਪਾ ਮਾਰਨ, ਪਰਸੋਂ ਦੀ ਗੱਲ ਆ। ਤੇ ਇਹਨਾਂ ਨੇ ਦੇਖਿਆ ਤੇ ਦੇਖ ਦੂਖ ਕੇ ਆਏ ਅੰਦਰੋਂ, ਤੇ ਇੱਥੇ 2 ਬੜੇ ਇੰਪੋਰਟੈਂਟ ਕੈਦੀ ਨੇ ਉੱਥੇ। ਇੱਕ ਤਾਂ ਹੈਗੇ ਨੇ ਭਾਈ ਰਾਜੋਆਣਾ, ਦੂਜੇ ਹੈਗੇ ਨੇ NDPS ਕੇਸ ਦੇ ਵਿੱਚ ਜਿਹੜੇ ਚੱਲ ਰਹੇ ਉਹ ਆਪਣੇ ਮਜੀਠੀਆ ਸਾਹਿਬ। ਹੁਣ ਮਜੀਠੀਆ ਸਾਹਿਬ ਦੀ ਇਹਨਾਂ ਨੇ ਜਦੋਂ ਕੋਠੜੀ ਦੇਖੀ ਤੇ ਕਹਿੰਦੇ ਵੀ ਇਹ ਤਾਂ VIP ਟ੍ਰੀਟਮੈਂਟ ਮਿਲ ਰਿਹਾ, ਕਹਿੰਦੇ ਇਹਨਾਂ ਨੂੰ ਤਾਂ ਸਾਰਾ ਕੁਝ ਹੈਗਾ। ਕਹਿੰਦੇ ਨਹੀਂ ਜੀ ਜੇਲਰ ਚੇਂਜ ਕਰੋ ਤੇ ਫਿਰ ਬਾਅਦ 'ਚ ਦੇਖਾਂਗੇ ਹੁਣ ਕਿਹੜਾ ਲਾਣਾ। ਅਗਲੇ ਦਿਨ ਜੀ ਖਬਰ ਆ ਗਈ ਕਿ ਸੁੱਚਾ ਸਿੰਘ ਨੂੰ ਨਵਾਂ ਜਿਹੜਾ ਉਹ ਸੁਪਰਡੈਂਟ ਉੱਥੇ ਲਾਤਾ। ਤੇ ਉਦੋਂ ਅਗਲੇ ਦਿਨ ਹੀ ਫਿਰ ਜਿਹੜੇ ਬਗਾਨੇ ਪੁੱਤ ਸੀਗੇ ਉਹਨਾਂ ਨੇ ਫੇਸਬੁੱਕ ਦੇ ਉੱਤੇ ਫੋਟੋਆਂ ਚਾੜਨੀਆਂ ਸ਼ੁਰੂ ਕਰਤੀਆਂ ਕਿ ਇਹ ਤਾਂ ਬਾਦਲਾਂ ਦੇ ਬੰਦੇ ਨੇ। ਉੱਤੋਂ ਸੁੱਚਾ ਸਿੰਘ ਉਹਨਾਂ ਨੇ ਜਦੋਂ ਪੁੱਛਿਆ ਉਹ ਕਹਿੰਦੇ ਵੀ ਨਹੀਂ ਜੀ ਉਹ ਮੇਰੇ ਕੈਦੀ ਰਹੇ ਨੇ ਜੀ ਪਹਿਲਾਂ, ਤੇ ਮੈਂ ਫਿਰ ਉਹਨਾਂ ਨਾਲ ਚਾਹ ਪਾਣੀ ਤਾਂ ਮੈਂ ਕਰ ਹੀ ਸਕਦਾ। ਇਹਦੇ ਬਾਰੇ ਹੁਣ ਖੁੱਲ੍ਹ ਕੇ ਤੁਸੀਂ ਅੱਗੇ ਦੱਸੋ, ਮੈਂ ਤਾਂ ਇੰਨੀ ਜਿਹੜੀ ਇਨਫੋਰਮੇਸ਼ਨ ਹੈ ਉਹ ਦੇ ਸਕਦਾ। ਦੇਖੋ ਸੁੱਚਾ ਸਿੰਘ ਹੁਣੀ ਜਿਹੜੇ ਸੀਗੇ ਉਹਨਾਂ ਨੇ, ਜਿਵੇਂ ਤੁਸੀਂ ਮੈਨੂੰ ਦੱਸਿਆ ਹੈਗਾ, ਇਹ ਜਿਸ ਤਰ੍ਹਾਂ ਦੀਆਂ ਮੀਡੀਆ ਰਿਪੋਰਟਾਂ ਆ ਰਹੀਆਂ ਨੇ, ਉਹਨਾਂ ਨੇ ਮੰਨਿਆ ਹੈਗਾ ਕਿ ਬਾਦਲਾਂ ਦੇ ਨਾਲ ਉਹਨਾਂ ਦੀ ਨੇੜਤਾ ਹੈਗੀ ਆ। ਪਰ ਉਹ ਨੇੜਤਾ ਉਹਨਾਂ ਨੇ ਕਿਹਾ ਵੀ ਜਦੋਂ ਉਹ 2002 ਤੋਂ ਲੈ ਕੇ 2002 ਦੇ ਵਿੱਚ ਜਦੋਂ ਬਾਦਲਾਂ ਨੂੰ ਫੜ ਕੇ ਪਟਿਆਲਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਉਦੋਂ ਉਹ ਜੇਲ੍ਹ ਦੇ ਵਿੱਚ ਹੁੰਦੇ ਸੀ ਤੇ ਉਹਨਾਂ ਦੇ ਬੰਦੀ ਰਹੇ ਨੇ ਉਹ, ਤਾਂ ਉਹ ਬੰਦੀਆਂ ਦੇ ਨਾਲ ਜਦੋਂ ਨੇੜਤਾ ਹੋ ਜਾਂਦੀ ਹੈ ਤਾਂ ਫਿਰ ਜਦੋਂ ਕਦੇ ਉਹ ਬਾਅਦ ਵਿੱਚ ਮਿਲਦੇ ਨੇ ਤਾਂ ਉਹਨਾਂ ਨੂੰ ਚਾਹ ਪਾਣੀ ਵਾਸਤੇ ਤਾਂ ਬੰਦਾ ਬੁਲਾ ਹੀ ਸਕਦਾ ਹੈਗਾ। ਪਰ ਕਿਉਂਕਿ ਉਹ ਮੌਕੇ ਦੇ ਅਫਸਰ ਜੇ ਹੋਣ ਤੇ ਸੱਤਾਧਾਰੀ ਧਿਰ ਦੇ ਵਿੱਚ ਇੱਕ ਐਡਾ ਵੱਡਾ ਰੌਲਾ ਪੈ ਰਿਹਾ ਹੋਵੇ ਉਸ ਮਸਲੇ ਨੂੰ ਲੈ ਕੇ, NDPS ਕੇਸ ਦੇ ਵਿੱਚ ਇੱਕ ਮਸਾਂ ਹੀ ਜਦੋਂ ਇੱਕ ਕਹਿ ਸਕਦੇ ਹਾਂ ਵੀ ਆਪਾਂ ਮਜੀਠੀਆ ਸਾਹਿਬ ਦੇ ਖਿਲਾਫ ਉਹਨਾਂ ਨੇ ਕਾਰਵਾਈ ਕਰਨੀ ਲੱਭੀ ਹੋਈ ਉਹਨਾਂ ਨੂੰ ਵੀ ਕਾਰਵਾਈ ਕਰੀਏ ਹੁਣ। ਤੇ ਅਜਿਹੇ ਵਿੱਚ ਜਦੋਂ ਜੇਲ੍ਹ ਦੇ ਵਿੱਚ ਵੀ ਜਾਂਦੇ ਨੇ ਤਾਂ ਫਿਰ ਉਹਦੇ ਵਿੱਚ ਵੀ ਜਾ ਕੇ ਅੰਦਰ VIP ਟ੍ਰੀਟਮੈਂਟ ਉਹਨਾਂ ਨੂੰ ਮਿਲਣ ਦੇ ਦੋਸ਼ ਲੱਗਣ ਤੇ ਉਹ ਦੋਸ਼ ਵੀ ਲੱਗਣ ਤੇ ਫਿਰ ਉਦੋਂ ਬਾਅਦ ਜਿਹੜੇ ਆ ਉਹ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਇਹ ਜਦੋਂ ਆਉਣ ਜੇਲ੍ਹ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਉਣ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ, ਤੇ ਉਹ ਫਿਰ ਉਹ ਸੁਬਰਡੈਂਟ ਦੇ ਘਰੇ ਜਾ ਕੇ ਚਾਹ ਪਾਣੀ ਪੀ ਕੇ ਨਾਸ਼ਤਾ ਜਾਂ ਉਹਨਾਂ ਦੇ ਘਰੇ ਰੁਕਣ ਤੇ ਉਦੋਂ ਬਾਅਦ ਫਿਰ ਤਬਾਦਲਾ ਹੋ ਜੇ ਤੇ ਦੂਜੇ ਲੱਗ ਜਾਣ। ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਫਿਰ ਜਿਹੜੇ ਦੂਜੇ ਸਿਆਸੀ ਲੋਕ ਹੋਣਗੇ, ਜਿਹੜੇ ਉਹਨਾਂ ਦੇ ਵਿਰੋਧੀ ਹੋਣਗੇ ਜਾਂ ਪੰਜਾਬ ਦੇ ਲਈ ਭਲਾ ਸੋਚਣ ਵਾਲੇ ਹੋਣਗੇ ਜਾਂ ਕਾਨੂੰਨ ਪਸੰਦ ਲੋਕ ਹੋਣਗੇ, ਉਹਨਾਂ ਦੀਆਂ ਭਰਵਿੱਟੇ ਜਿਹੜੇ ਨੇ ਉੱਪਰ ਚੜ੍ਹਨੇ ਜ਼ਰੂਰੀ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਸੋਚ ਇਹ ਹੋ ਜਾਂਦੀ ਵੀ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਹੈਗਾ। ਤੇ ਅਜਿਹੇ ਵਿੱਚ ਤਬਾਦਲਾ ਕਰਕੇ ਦੂਜਾ ਲਗਾ ਜਾਣਾ, ਇਹ ਕਿਤੇ ਨਾ ਕਿਤੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਨਵਜੋਤ ਸਿੰਘ ਸਿੱਧੂ ਉਹਨਾਂ ਨੇ 75-25 ਵਾਲਾ, ਤੇ ਪਿੱਛੇ ਜੇ ਹੁਣ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ 60-40 ਦਾ ਵੀ ਬਿਆਨ ਦਿੱਤਾ ਹੈਗਾ। ਤੇ ਇਹ ਕਿਤੇ ਨਾ ਕਿਤੇ ਫਿਰ ਉਹ ਪਾਸਾ ਪਲਟ ਕੇ ਜਿਹੜਾ ਉਹ ਆਮ ਆਦਮੀ ਪਾਰਟੀ ਵਾਲਿਆਂ ਦੇ ਉੱਤੇ ਵੀ ਆ ਖੜਦਾ ਹੈਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਜਦੋਂ ਇਸ ਬਾਰੇ IGP ਜੇਲ੍ਹਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਇਹ ਜੀ ਮੰਤਰੀ ਸਾਹਿਬ ਦੇ ਕਹਿਣ ਦੇ ਉੱਤੇ ਤਬਾਦਲਾ ਕੀਤਾ ਗਿਆ ਹੈਗਾ
ਵੀ ਇਹਦੇ 'ਚ ਮੇਰਾ ਕੋਈ ਰੋਲ ਨਹੀਂ ਹੈਗਾ। ਤਾਂ ਕਿਤੇ ਨਾ ਕਿਤੇ ਮੰਤਰੀ ਸਾਹਿਬ ਦੇ ਕਹਿਣ ਦੇ ਉੱਤੇ ਤਬਾਦਲਾ ਕੀਤਾ ਗਿਆ ਹੋਵੇ, ਆਮ ਆਦਮੀ ਪਾਰਟੀ ਦੇ ਉੱਤੇ ਗੱਲ ਆ ਜਾਂਦੀ, ਉੱਧਰੋਂ 75-25 ਦੇ 60-40 ਦੇ ਜੋਸ਼ ਲੱਗਦੇ ਹੋਣ, ਇੱਧਰੋਂ ਤਬਾਦਲਾ ਕਰਕੇ ਬਾਦਲਾਂ ਦੇ ਨੇੜੇ ਦਾ ਬੰਦਾ ਉੱਥੇ ਫੇਰ ਲਗਾ ਦਿੱਤਾ ਜਾਵੇ, ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜੇ ਹੋਣੇ ਜ਼ਰੂਰੀ ਨੇ। ਤੇ ਅਜੇ ਜਦੋਂ ਸਵਾਲ ਖੜੇ ਹੁੰਦੇ ਨੇ ਤਾਂ ਵਿਸ਼ਵਾਸ ਘਟਦਾ ਹੈਗਾ। ਤੇ ਜੇਕਰ ਭਗਵੰਤ ਸਿੰਘ ਮਾਨ ਹੋਣਾ ਨੇ ਇਸ ਮਸਲੇ ਨੂੰ ਜਲਦੀ ਜਿਹੜਾ ਹੱਲ ਕਰਕੇ ਇਹ ਪਬਲਿਕ ਨੂੰ ਇਸ ਚੀਜ਼ ਦਾ ਜਿਹੜਾ ਉਹ ਸੰਤੁਸ਼ਟ ਨਾ ਕੀਤਾ, ਤਾਂ ਫਿਰ ਜਿਹੜਾ ਵਿਸ਼ਵਾਸ 92 ਸੀਟਾਂ ਦਾ ਜਤਾਇਆ ਹੈਗਾ ਲੋਕਾਂ ਨੇ, ਉਹ ਬਦਲਣ 'ਚ ਦੇਰ ਨਹੀਂ ਲੱਗੇਗੀ। ਜਿੱਥੇ ਇੱਕ ਗੱਲ ਮੈਂ ਹੋਰ ਐਡ ਕਰ ਦਿੰਦਾ ਛੋਟੀ ਜੀ, ਕਿ 2017 ਦੀਆਂ ਵੋਟਾਂ ਤੋਂ ਪਹਿਲਾਂ ਇੱਕ ਨਿੱਜੀ ਜਿਹੜੇ ਚੈਨਲ ਦੇ ਨੇ ਉੱਥੇ ਉਹ ਪ੍ਰੋਗਰਾਮ ਦੇ ਵਿੱਚ ਬੈਠੇ ਸੀਗੇ ਸੁਖਬੀਰ ਬਾਦਲ ਹੋਣੀ ਤੇ ਕੈਪਟਨ ਅਮਰਿੰਦਰ ਸਿੰਘ ਹੋਣੀ, ਉਹ ਇਸੇ ਜੇਲ੍ਹ ਦਾ ਤੇ ਇਸੇ ਸਾਰੇ ਜਿਹੜੇ ਆਪਾਂ ਟਾਈਮਲਾਈਨ ਦੀ ਗੱਲ ਕਰ ਰਹੇ ਹਾਂ ਉਹਦਾ ਹਵਾਲਾ ਦਿੰਦੇ ਹੋ ਉਹਨਾਂ ਨੇ ਕਿਹਾ ਸੀ ਕਿ ਇਹ ਬੜੇ ਵਧੀਆ ਕੈਦੀ ਸੀਗੇ ਜਿਹੜੇ ਸੁਖਬੀਰ ਬਾਦਲ ਹੋਣੀ ਨੇ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ, ਉਹ ਕਹਿੰਦੇ ਕਿ ਇਹ ਤਾਂ ਪਰ ਇਹਨਾਂ ਨੇ ਕਹਿੰਦੇ ਬੜੇ ਵਧੀਆ ਉੱਥੇ ਆਪਣਾ ਜਿਹੜਾ ਆਚਰਣ ਰੱਖਿਆ ਤੇ ਇਹਦੇ ਕਰਕੇ ਇਹਨਾਂ ਨੇ ਫਿਰ ਡਾਈਟ ਕੋਕ ਮੰਗਦੇ ਸੀ ਉੱਥੇ, ਕਹਿੰਦੇ ਤੇ ਅਸੀਂ ਇਹਨਾਂ ਨੂੰ ਡਾਈਟ ਕੋਕ ਵੀ ਪਹੁੰਚਾਉਂਦੇ ਸੀਗੇ, ਇਹ VIP ਟ੍ਰੀਟਮੈਂਟ ਹੁੰਦਾ ਸੀ। ਤੇ ਹੁਣ ਜਿਵੇਂ ਕਿ ਆਪਾਂ ਰਿਪੋਰਟਾਂ ਦੇ ਵਿੱਚ ਦੇਖ ਹੀ ਰਿਹਾ ਕਿ ਉਦੋਂ ਸੁੱਚਾ ਸਿੰਘ ਹੋਣੀ ਹੋ ਸਕਦਾ ਡਾਈਟ ਕੋਕ ਵੀ ਪਹੁੰਚਾਉਂਦੇ ਰਹਿੰਦੇ ਹੋਣ, ਤੇ ਹੁਣ ਲੱਗਦਾ ਇਸ ਮਾਮਲੇ ਦੇ ਵਿੱਚ ਸ਼ਾਇਦ ਮਜੀਠੀਆ ਉਹਨਾਂ ਨੂੰ ਥੋੜੀ ਰਾਹਤ ਮਿਲੇਗੀ। ਜਾਂਦੇ ਇੱਕ ਗੱਲ ਇਹ ਵੀ ਆਪਾਂ ਥੋੜੀ ਚਰਚਾ ਕਰ ਲੈਂਦੇ ਹਾਂ ਕਿ ਪਿੱਛੇ ਜੇ ਮੀਡੀਆ ਰਿਪੋਰਟਾਂ ਦੇ ਹਿਸਾਬ ਨਾਲ ਇਹ ਵੀ ਦੇਖਣ ਨੂੰ ਮਿਲਿਆ ਸੀਗਾ ਕਿ ਸਿਕਿਉਰਿਟੀ ਹੈ ਜਿਹੜੀ ਵਿਕਰਮ ਮਜੀਠੀਆ ਦੀ ਉਹ ਵਧਾਈ ਗਈ ਹੈ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਐਂਟੀ ਸੋਸ਼ਲ ਜਿਹੜੇ ਐਲੀਮੈਂਟ ਨੇ ਹੋ ਸਕਦਾ ਮਜੀਠੀਆ ਸਾਹਿਬ ਨੂੰ ਨੁਕਸਾਨ ਪਹੁੰਚਾਉਣੇ, ਕਤਲ ਤੱਕ ਦੇ ਜਿਹੜੇ ਵਰਡ ਨੇ ਉਹ ਯੂਜ਼ ਕੀਤੇ ਗਏ ਨੇ ਅਖਬਾਰਾਂ ਦੇ ਵਿੱਚ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਜਿਹੜੇ ਇਹ ਖਦਸ਼ਾ ਜਿਹੜਾ ਜ਼ਾਹਰ ਕੀਤਾ ਗਿਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤਾ ਗਿਆ ਹੈਗਾ। ਤੇ ਜਦੋਂ ਇਹ ਖਦਸ਼ਾ ਇਸ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਤੁਹਾਨੂੰ ਮੈਂ ਫੇਰ ਕਹਿ ਰਿਹਾ ਵੀ ਨਾ ਤਾਂ ਉਹ ਆਪ 'ਚ ਸੱਤਾ 'ਚ ਨੇ, ਨਾ ਹੀ ਉਹਨਾਂ ਦੇ ਕੇਂਦਰ ਸਰਕਾਰ 'ਚ ਕੋਈ ਸੱਤਾ ਦੇ ਵਿੱਚ ਹੈਗਾ। ਯਾਦ ਕਰੋ 2002 ਦੇ ਵਿੱਚ ਜਦੋਂ ਇਹ ਜੇਲ੍ਹ 'ਚ ਗਏ ਸੀ ਤਾਂ ਉਦੋਂ BJP ਉਦੋਂ ਜਿਹੜੀ ਇਹ ਸਰਕਾਰ ਜਿਹੜੀ ਸੀਗੀ ਉਹ ਕੇਂਦਰ ਦੇ ਵਿੱਚ BJP ਦੀ ਸੀਗੀ, ਜਿੱਥੇ ਤੱਕ ਮੈਨੂੰ ਯਾਦ ਆ, ਕਿਉਂਕਿ ਉਹਦੇ 'ਚ ਸੁਸ਼ਮਾ ਸਵਰਾਜ ਜਿਹੜੀ ਸੀ ਉਹ ਵੀ ਪਟਿਆਲੇ ਜੇਲ੍ਹ ਦੇ ਵਿੱਚ ਆਈ ਸੀ। ਮੈਂ ਜੇਲ੍ਹ ਦੇ ਵਿੱਚ ਉਸੇ ਟਾਈਮ ਮੌਜੂਦ ਸੀਗਾ ਜਦੋਂ ਸੁਸ਼ਮਾ ਸਵਰਾਜ ਹੋਣੀ ਆਏ ਸੀ ਉੱਥੇ, ਹੋਰ ਵੀ ਬਹੁਤ ਸਾਰੇ ਜਿਹੜੇ ਕੇਂਦਰੀ ਮੰਤਰੀ ਉੱਥੇ ਆਏ ਸੀਗੇ, ਵਾਜਪਾਈ ਹੋਣਾ ਦੀ ਸਰਕਾਰ ਸੀਗੀ। ਤੇ ਉਦੋਂ ਮਤਲਬ ਉਦੋਂ ਇਹਨਾਂ ਦੇ ਸਿਰ ਦੇ ਉੱਤੇ ਕੇਂਦਰ ਸਰਕਾਰ ਦਾ ਹੱਥ ਸੀਗਾ। ਤੇ ਹੁਣ ਨਾ ਤਾਂ ਉਹ ਕੇਂਦਰ ਸਰਕਾਰ ਦਾ ਹੱਥ ਹੈ, ਨਾ ਹੀ ਇਹ ਆਪ ਸੱਤਾ ਦੇ ਵਿੱਚ ਹੈਗੇ ਨੇ, ਤੇ ਤੀਜੀ ਧਿਰ ਹੈਗੀ ਆ। ਤੇ ਅਜਿਹੇ ਵਿੱਚ ਤਾਂ ਫਿਰ ਜਿਹੜੀ ਆ ਉਹ ਸਿਆਸੀ ਬਿਆਨ ਦੇ ਕੇ ਤੇ ਉੱਦਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਤਾਂ ਕਰਨ ਦੇ ਜਿਹੜੇ ਦੋਸ਼ ਲੱਗਣੇ ਲਾਜ਼ਮੀ ਹੈਗੇ ਨੇ। ਅਜਿਹੇ ਦੇ ਵਿੱਚ ਜੇਕਰ ਇਹ ਕਹਿੰਦੇ ਨੇ ਕਿ ਇਹਨਾਂ ਦੀ ਜਾਨ ਨੂੰ ਖਤਰਾ ਹੈਗਾ, ਤਾਂ ਉਹ ਫਿਰ ਕੀ ਹੋਏਗਾ ਕਿ ਉਹਨਾਂ ਨੂੰ ਜਿਹੜਾ ਉਹ ਸਪੈਸ਼ਲ ਸੈੱਲ ਦੇ ਵਿੱਚ ਜਿਹੜਾ ਉਹ ਤਬਦੀਲ ਕੀਤਾ ਜਾਏਗਾ, ਉਹਨਾਂ ਨੂੰ ਥੋੜ੍ਹੀਆਂ ਜਿਹੀਆਂ ਸਿਕਿਉਰਿਟੀ ਵਧਾਈ ਜਾਏਗੀ, ਜਾਂ ਫਿਰ ਉਹਨਾਂ ਨੂੰ ਕੁਝ ਮਤਲਬ ਉਹਨਾਂ ਨੂੰ ਸਿਕਿਉਰਿਟੀ ਵਧਾਈ ਜਾਏਗੀ, ਜਾਂ ਫਿਰ ਉਹਨਾਂ ਨੂੰ ਕੁਝ ਇਸ ਤਰ੍ਹਾਂ ਕਿ ਇੱਕ ਚੀਜ਼ ਇਹ ਹੁੰਦੀ ਹੈ ਬੋਨੀ ਕਿ ਜਦੋਂ ਆਮ ਜਗ੍ਹਾ ਦੇ ਉੱਤੇ ਕੋਈ ਕਿਸੇ ਨੂੰ ਕੈਦ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਉਹਨਾਂ ਦੀਆਂ ਉਹ ਸਾਰਿਆਂ ਦੀ ਨਿਗਾਹ 'ਚ ਆ ਰਿਹਾ ਹੁੰਦਾ ਬੰਦਾ ਉਹ, ਤੇ ਫਿਰ ਜਦੋਂ ਇਹ ਇੱਕ ਖਾਸ ਜਗ੍ਹਾ ਤੇ ਰੱਖਿਆ ਜਾਂਦਾ ਉਹਦੇ ਨਿਗਾਹ 'ਚ ਘੱਟ ਆ ਜਾਂਦਾ, ਤੇ ਫਿਰ ਦੋਸ਼ ਇਹ ਲੱਗਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਫਿਰ ਸਹੂਲਤਾਂ ਜਿਹੜੀਆਂ ਸੌਖੀਆਂ ਰਹਿੰਦੀਆਂ ਨੇ। ਤੇ ਅਜਿਹੇ ਵਿੱਚ ਹੁਣ ਸਹੂਲਤਾਂ ਲੈਣ ਲਈ ਇਹ ਕੀਤਾ ਗਿਆ ਹੈ, ਜਾਂ ਫਿਰ ਇਹ ਵਾਕਈ ਜਿਹੜਾ ਥ੍ਰੈਟ ਹੈਗਾ ਇਸ ਚੀਜ਼ ਦਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈਗਾ, ਸਰਕਾਰ ਦੇ ਉੱਤੇ ਦਬਾਅ ਪਾਉਣ ਦੀ ਕੋਈ ਕੋਸ਼ਿਸ਼ ਹੈ, ਜਾਂ ਫਿਰ ਇਹਦੇ ਵਿੱਚ ਕੁਝ ਹੋਰ ਜਿਹੜੀ ਪਲੈਨਿੰਗ ਹੈਗੀ ਹੈ, ਇਹ ਹਾਲੇ ਕਲੀਅਰ ਨਹੀਂ ਹੋ ਪਾਇਆ। ਲੇਕਿਨ ਜਿਸ ਤਰ੍ਹਾਂ ਸੁਪਰਡੈਂਟ ਦਾ ਤਬਾਦਲਾ ਹੋ ਜਾਂਦਾ ਹੈ, ਬਾਦਲ ਵੱਲੋਂ ਉਹਨਾਂ ਦੇ ਘਰੇ ਜਾ ਕੇ ਨਾਸ਼ਤਾ ਪਾਣੀ ਕੀਤਾ ਜਾਂਦਾ ਹੈਗਾ, ਇਸ ਤੋਂ ਇਲਾਵਾ ਇੱਦਾਂ ਦੇ ਬਿਆਨ ਨਿਕਲ ਕੇ ਸਾਹਮਣੇ ਆਉਂਦੇ ਹੈਗੇ ਨੇ, ਉੱਧਰੋਂ ਹਾਈ ਕੋਰਟ ਉੱਧਰੋਂ ਸੁਪਰੀਮ ਕੋਰਟ ਤੱਕ ਜਿਹੜੇ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲਦੀ ਹੈਗੀ, ਇੱਧਰੋਂ ਇਹਨਾਂ ਵੱਲੋਂ NDPS ਐਕਟ ਦੇ ਵਿੱਚ ਜਿਹੜਾ ਦੀ ਸਿੱਟ ਬਦਲ ਦਿੱਤੀ ਜਾਂਦੀ ਹੈਗੀ ਹੈ, ਤਾਂ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਇੱਕ ਖਦਸ਼ਾ ਹੋ ਚੁੱਕਿਆ ਅਕਾਲੀਆਂ ਨੂੰ ਕਿ ਬਿਕਰਮ ਸਿੰਘ ਮਜੀਠੀਆ ਜਲਦੀ ਜੇਲ੍ਹ ਚੋਂ ਨਿਕਲਣ ਵਾਲੇ ਨਹੀਂ ਹੈਗੇ ਹੁਣ ਹਾਲੇ, ਤੇ ਜੇਲ੍ਹ ਦੇ ਵਿੱਚੋਂ ਜੇ ਨਹੀਂ ਨਿਕਲਦੇ ਤਾਂ ਫਿਰ ਕਿਤੇ ਨਾ ਕਿਤੇ ਅੰਦਰ 'ਚ ਉਹਨਾਂ ਦੀ ਸਿਕਿਉਰਿਟੀ ਨੂੰ ਖਤਰਾ ਵੀ ਹੋ ਸਕਦਾ। ਇਸੇ ਕਰਕੇ ਜਿਹੜੇ ਬਿਆਨ ਨਿਕਲ ਕੇ ਸਾਹਮਣੇ ਆਏ, ਕਿਉਂਕਿ ਉਹਨਾਂ ਨੂੰ ਉਹ ਇਹ ਮੰਨ ਚੁੱਕੇ ਨੇ ਵੀ ਹੁਣ ਜਲਦੀ ਨਿਕਲਣ ਵਾਲੇ ਨਹੀਂ ਹੈਗੇ, ਤੇ ਜੇ ਨਿਕਲਦੇ ਨਹੀਂ ਹੈਗੇ ਤਾਂ ਫਿਰ ਉਹ ਅੱਗੇ ਉਹਨਾਂ ਦੇ ਅਗਲੇ ਪ੍ਰਬੰਧ ਜਿਹੜੇ ਕਰਨ ਦੇ ਜਿਹੜੇ ਆ ਸਾਰੇ ਜਿਹੜਾ ਪ੍ਰੋਪਾਗੈਂਡਾ ਹੋ ਸਕਦਾ ਜੀ। ਉਹ ਗੁਲਾਂਜੀ ਇਹ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ ਕਿ ਜਿਹੜੀ ਆਹ ਪੂਰੀ ਬਲੈਂਕਟ ਵਾਲੀ ਗੱਲ ਆਉਂਦੀ ਹੈ ਕਿ ਸਿਕਿਉਰਿਟੀ ਵਧਾ ਦਿਓ ਜਾਂ ਐਵੇਂ ਕਰ ਦਿਓ, ਉਹ ਆਪਣੇ ਪਿੰਡਾਂ ਦੇ ਵਿੱਚ ਇੱਕ ਕਹਾਵਤ ਨਹੀਂ ਹੁੰਦੀ ਕਿ ਬੰਦਾ ਖੇਸੀ ਦੀ ਬੁੱਕਲ ਦੇ ਵਿੱਚ ਥਾਪੀ ਲਈ ਫਿਰਦਾ ਹੁੰਦਾ ਤੇ ਲੋਕਾਂ ਨੂੰ ਕਹਿੰਦਾ ਲੱਗਦਾ ਪਤਾ ਨਹੀਂ ਬੰਦੂਕ ਹੈ ਕਿ ਥਾਪੀ ਹੈ, ਹੁਣੇ ਤਾਂ ਜਦੋਂ ਖੇਸੀ ਖੁੱਲਣੀ ਹੈ ਉਦੋਂ ਹੀ ਪਤਾ ਲੱਗਣਾ। ਚਲੋ ਆਪਾਂ ਚੱਲੀਏ ਜੀ, ਫਿਰ ਟਾਈਮ ਖਾਸਾ ਹੋ ਗਿਆ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ। ਸ਼ੁਕਰੀਆ ਜੀ, ਸ਼ੁਕਰੀਆ ਜੀ। ਦੋਸਤੋ ਤੁਸੀਂ ਦੇਖਿਆ ਅੱਜ ਦਾ ਸਾਰਾ ਪ੍ਰੋਗਰਾਮ, ਆਪਾਂ ਜਿਹੜੀਆਂ ਵੀ ਖਬਰਾਂ ਸੀਗੀਆਂ ਉਹਦੇ 'ਤੇ ਪੂਰੀ ਚਰਚਾ ਕਰ ਲਈ ਆ, ਤੁਸੀਂ ਦੇਖ ਲਓ। ਜੇ ਦੁਬਾਰਾ ਦੇਖਣਾ ਇੱਕ ਵਾਰੀ ਰਿਪੀਟ ਕਰਕੇ ਦੇਖੋ, ਕੋਈ ਖਬਰ ਸਮਝ ਨਹੀਂ ਆਉਂਦੀ, ਕੋਈ ਚੀਜ਼ ਤੇ ਤੁਹਾਨੂੰ ਗਿਲਾ ਸ਼ਿਕਵਾ ਜਾਂ ਤੁਹਾਡੀ ਸ਼ਾਬਾਸ਼ੀ ਦੇਣੀ ਬਣਦੀ ਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਦਿਓ, ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਤੇ ਅੱਗੇ ਸ਼ੇਅਰ ਕਰ ਦਿਓ ਮਾੜਾ ਜਿਹਾ,
ਕਿਉਂਕਿ ਪਹਿਲਾਂ ਸਾਨੂੰ ਤੁਹਾਡੀ ਬਹੁਤ ਜ਼ਿਆਦਾ ਲੋੜ ਹੈ, ਉਸ ਤੋਂ ਬਾਅਦ ਤੁਸੀਂ ਆਪੇ ਕਰਦਿਆ ਕਰਨਾ ਹੈ। ਤੁਸੀਂ ਦੇਖ ਰਹੇ ਹੋ ਆਵਾਜ਼-ਏ-ਪੰਜਾਬ, ਮੈਂ ਬੌਨੀ ਬਿੰਦਰਾ, ਧੰਨਵਾਦ।